ਤੁਹਾਨੂੰ ਕੀ ਲੱਗਦਾ ਹੈ ਕੀ ਵਾਪਰਿਆ ਸੀਗਾ ਉਸ ਸਮੇਂ? ਲੱਗਦਾ ਹੈ ਕਿ ਲੜਕੀ ਜਿਹੜੀ ਆ ਖੁਦ ਫਾਹ ਲੈ ਸਕਦੀ? नहीं जी, मेरी बेटी फा नहीं ले सकती। ਜਿਹੜਾ ਉਹਦਾ ਬੱਚਾ ਸੀ ਨਾ 9 ਮਹੀਨਿਆਂ ਦਾ 10 ਮਹੀਨਿਆਂ ਦਾ, ਇੰਨਾ ਕੁ ਜ਼ਿਆਦਾ ਪਿਆਰ ਕਰਦੀ, ਉਹਨੂੰ ਇੱਕ ਮਿੰਟ ਵੀ ਨਹੀਂ ਛੱਡਦੀ, ਸਾਰਾ ਕੰਮ ਰਹਿਣ ਦਿੰਦੀ, ਉਹਨੂੰ ਚੁੱਕ ਕੇ ਬੈਠੀ ਰਹਿੰਦੀ ਸੀ। ਪਤੀ ਤੇ ਵੀ ਇਲਜ਼ਾਮ ਲੱਗ ਰਹੇ ਨੇ, FIR ਦਰਜ ਹੋ ਚੁੱਕੀ ਹੈ। ਕੀ ਲੱਗਦਾ ਹੈ ਕਿ ਉਹਦੇ ਹਸਬੈਂਡ ਵੀ ਬਿਲਕੁਲ ਨਾਲ ਸੀਗੇ ਜਿਹੜਾ ਉਹਦੇ ਨਾਲ ਜੇ ਉਹਨੇ ਫਾਹਾ ਲਿਆ ਆ ਜਾਂ ਉਹਨੂੰ ਮਾਰਿਆ ਗਿਆ, ਕੀ ਤੁਹਾਨੂੰ ਕੀ ਲੱਗਦਾ ਹੈ ਕੀ ਹੋਇਆ ਉਹਦੇ ਨਾਲ? ਉਹ ਸਿਲੰਡਰ ਖਤਮ ਹੋ ਗਿਆ ਰਾਤ, ਤੇ ਰਾਤ ਇਹਨਾਂ ਨੇ ਆਪ ਉਹਨੇ ਨੇ ਪ੍ਰਾਹੁਣੇ ਨੇ ਰੋਟੀ ਆਪਣੀ ਮੰਮੀ ਕੋ ਖਾ ਲਈ, ਇਹਨੂੰ ਰੋਟੀ ਨਹੀਂ ਦਿੱਤੀ ਰਾਤ। ਸਵੇਰੇ ਉੱਠ ਕੇ ਰਾਤ ਵੀ ਉਹਨਾਂ ਨੇ ਕੁੱਟਿਆ, ਪ੍ਰਾਹੁਣੇ ਨੇ ਸਵੇਰੇ ਵੀ ਕੁੱਟਿਆ। ਉਹ ਬੱਚੀ ਜਿਹੜੀ ਬੋਲ ਨਹੀਂ ਸਕਦੀ, ਸੁਣ ਨਹੀਂ ਸਕਦੀ, ਉਹਦੇ ਨਾਲ ਇੰਨਾ ਅਤਿਆਚਾਰ ਉਹਦੇ ਸਹੁਰੇ ਪਰਿਵਾਰ ਵੱਲੋਂ ਹੋਇਆ ਹੈ ਕਿ ਅੱਜ ਉਹ ਕੁੜੀ ਹੈ ਹੀ ਨਹੀਂ ਆ ਜੇ ਉਹਨੇ ਫਾਹਾ ਵੀ ਲੈ ਕੇ ਆਪਣੀ ਜ਼ਿੰਦਗੀ ਖਤਮ ਕੀਤੀ। ਬੜਾ ਪਿਆਰ ਕਰਦੀ ਸੀ ਆਪਣੇ ਬੇਟੇ ਨੂੰ, ਮਾਰ ਨਹੀਂ ਸਕਦੀ ਉਹਨੂੰ ਛੱਡ ਕੇ। ਇਹਨਾਂ ਨੇ ਉਹਨੂੰ ਮਾਰ ਕੇ ਫਿਰ ਇਹਨਾਂ ਨੇ ਉਹਨੂੰ ਢੰਗ ਦਿੱਤਾ ਵਾ ਕਿ ਸਾਡੇ ਤੇ ਕੋਈ ਗੱਲ ਨਾ ਆਵੇ। ਕੀ ਲੱਗਦਾ ਸੀ ਤੁਹਾਡੀ ਬੇਟੀ ਕਿਤੇ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਤਾਂ ਨਹੀਂ ਕਰਦੀ? ਨਹੀਂ ਜੀ, ਮੇਰੀ ਬੇਟੀ ਸਾਨੂੰ ਦੱਸ ਦਿੰਦੀ ਸੀ, ਰੋਂਦੀ ਬੜਾ ਹੁੰਦੀ, ਕਹਿੰਦੀ ਸੀ ਮੰਮੀ ਜਿਹੜੀ ਆ ਮੰਮੀ ਦੀਦੀ ਸਾਰੇ ਗਲਤ ਸਰਵਨ ਨੂੰ ਗੱਲਾਂ ਝੂਠ ਦੱਸਦੇ ਆ, ਮੈਨੂੰ ਝੂਠੇ ਨਾਂ ਲਾਉਂਦੇ ਵੀ ਇੰਜ ਕਰਦੀ ਇੰਜ ਕਰਦੀ। ਮੈਂ ਇਹਨਾਂ ਦੇ ਮੂੰਹ ਵੱਲ ਵੇਖਦੀ, ਮੈਨੂੰ ਸਮਝ ਲੱਗਦੀ ਵੀ ਮੇਰਾ ਨਾਂ ਲਾਉਂਦੇ ਆ, ਪਰ ਮੈਨੂੰ ਸੁਣਿਆ ਨਹੀਂ ਜਾਂਦਾ। ਪਰ ਉਹ ਬੋਲ ਕੇ ਵੀ ਆਪਣੇ ਹਸਬੈਂਡ ਨੂੰ ਦੱਸ ਨਹੀਂ ਸਕਦੀ ਕਿ ਮੇਰੀ ਗਲਤੀ ਕੋਈ ਨਹੀਂ, ਤੇ ਰੋਂਦੀ ਬੜਾ ਹੀ, ਕਹਿੰਦੀ ਸੀ ਮੈਨੂੰ ਦਰਬਾਰ ਸਾਹਿਬ ਲੈ ਜਾਓ, ਮੈਂ ਠੀਕ ਹੋ ਜਾਊਂਗੀ, ਮੈਂ ਸਰਵਨ ਨੂੰ ਦੱਸਿਆ ਕਰੂੰ ਮੇਰੀ ਕੋਈ ਗਲਤੀ ਨਹੀਂ ਆ। ਸਿਮਰਨਜੀਤ ਕੌਰ ਨੌਜਵਾਨ ਲੜਕੀ ਜਿਸ ਨੂੰ ਕੰਨਾਂ ਤੋਂ ਸੁਣਦਾ ਨਹੀਂ ਸੀ, ਬੋਲ ਨਹੀਂ ਸੀ ਸਕਦੀ। ਉਸ ਨੌਜਵਾਨ ਲੜਕੀ ਦਾ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਕੀ ਅਜਿਹਾ ਕਾਰਨ ਬਣਿਆ ਜਿਸ ਕਾਰਨ ਸਹੁਰੇ ਪਰਿਵਾਰ ਨੇ ਇਹ ਕਹਿ ਦਿੱਤਾ ਕਿ ਲੜਕੀ ਨੇ ਫਾਹ ਲੈ ਲਿਆ, ਪਰੰਤੂ ਪੇਕਾ ਪਰਿਵਾਰ ਕੁਝ ਹੋਰ ਕਹਿੰਦਾ ਆ ਕਿ ਕੀ ਕਾਰਨ ਸੀਗੇ ਕਿ ਸਾਡੀ ਬੱਚੀ ਨੂੰ ਮਾਰ ਦਿੱਤਾ ਗਿਆ ਹੈ। ਸੋ ਦੋ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ। ਅਸੀਂ ਉਸ ਨੌਜਵਾਨ ਲੜਕੀ ਜਿਹੜੀ ਸਿਮਰਨਜੀਤ ਕੌਰ ਜਿਹੜੀ ਖਾਸੇ ਦੇ ਬਿਲਕੁਲ ਕੋਲ ਪਿੰਡ ਹੈਗਾ ਆ ਚੱਕ, ਉੱਥੇ ਮੌਜੂਦ ਹੈਗੇ ਆ, ਉਹਦੇ ਮਾਪਿਓ ਨਾਲ ਵੀ ਗੱਲ ਕਰਦੇ ਆ। ਨੌਜਵਾਨ ਲੜਕੀ ਦੀ ਡੈਥ ਹੋ ਚੁੱਕੀ ਆ ਔਰ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਅਜੇ ਤੱਕ ਨਹੀਂ ਆਈ ਹੈ ਕਿਉਂਕਿ ਪੋਸਟਮਾਰਟਮ ਹੋਏ ਨੂੰ ਅਜੇ ਸਿਰਫ 2 ਦਿਨ ਹੋਏ ਨੇ। ਉਹਦੀ ਮਾਤਾ ਸਾਡੇ ਨਾਲ ਮੌਜੂਦ ਨੇ, ਪਿਤਾ ਨੇ, ਭੈਣ ਨੇ। ਉਹ ਲੜਕੀ ਆਪਣੇ ਦਿਲ ਦੀਆਂ ਗੱਲਾਂ ਕਿਵੇਂ ਬਿਆਨ ਕਰਦੀ ਸੀ ਕਿਉਂਕਿ ਉਹ ਬੋਲ ਨਹੀਂ ਸੀ ਸਕਦੀ। ਡੀਫ ਐਂਡ ਡੰਬ ਬੱਚੇ ਜਿਹੜੇ ਹੁੰਦੇ ਨੇ, ਗੂੰਗੇ ਬੋਲੇ, ਉਹ ਇਸ਼ਾਰਿਆਂ ਦੇ ਜ਼ਰੀਏ ਹੀ ਆਪਣੀਆਂ ਗੱਲਾਂ ਜਿਹੜੀਆਂ ਨੇ ਇੱਕ ਦੂਜੇ ਨੂੰ ਦੱਸਦੇ ਨੇ। ਸੋ ਇਹ ਲੜਕੀ ਵੀ ਇਸ਼ਾਰੇ ਦੇ ਜ਼ਰੀਏ ਹੀ ਆਪਣੇ ਦਿਲ ਦੀਆਂ ਗੱਲਾਂ ਜੋ ਉਸ ਨਾਲ ਹੁੰਦਾ ਸੀ, ਜੋ ਵਾਪਰਦਾ ਸੀ, ਉਹ ਸਭ ਆਪਣੀ ਸਿਸਟਰ ਨੂੰ ਦੱਸਦੀ ਸੀ, ਆਪਣੇ ਮਦਰ ਨੂੰ ਦੱਸਦੀ ਸੀ, ਜਿਹੜੇ ਅੰਡਰਸਟੈਂਡ ਕਰ ਸਕਦੇ ਸੀ। 25 ਸਾਲ ਦੀ ਲੜਕੀ ਸੀ ਔਰ ਉਹਦੀ ਸਿਸਟਰ ਉਹਦੀ ਹਰ ਗੱਲ ਨੂੰ ਸਮਝਦੀ ਸੀ, ਪਰੰਤੂ ਹੋਇਆ ਕਿ ਜਿਹੜਾ ਗੱਲ ਇੱਥੋਂ ਤੱਕ ਪਹੁੰਚ ਗਈ। ਤੁਸੀਂ ਸਿਮਰਨ ਦੇ ਮਾਤਾ ਹੋ, ਕੀ ਬੱਚੀ ਨਾਲ ਕੀ ਤੁਹਾਨੂੰ ਕੀ ਲੱਗਦਾ ਹੈ ਕੀ ਵਾਪਰਿਆ ਸੀਗਾ ਉਸ ਸਮੇਂ? ਲੱਗਦਾ ਹੈ ਕਿ ਲੜਕੀ ਜਿਹੜੀ ਆ ਖੁਦ ਫਾਹ ਲੈ ਸਕਦੀ? ਨਹੀਂ ਜੀ, ਮੇਰੀ ਬੇਟੀ ਫਾ ਨਹੀਂ ਲੈ ਸਕਦੀ। ਜਿਹੜਾ ਉਹਦਾ ਬੱਚਾ ਸੀ ਨਾ 9 ਮਹੀਨਿਆਂ ਦਾ 10 ਮਹੀਨਿਆਂ ਦਾ, ਇੰਨਾ ਕੁ ਜ਼ਿਆਦਾ ਪਿਆਰ ਕਰਦੀ, ਉਹਨੂੰ ਇੱਕ ਮਿੰਟ ਵੀ ਨਹੀਂ ਛੱਡਦੀ, ਸਾਰਾ ਕੰਮ ਰਹਿਣ ਦਿੰਦੀ, ਉਹਨੂੰ ਚੁੱਕ ਕੇ ਬੈਠੀ ਰਹਿੰਦੀ ਸੀ। ਕਹਿੰਦੀ ਜਦੋਂ ਵੱਡਾ ਹੋਊਗਾ ਮੇਰੇ ਪਿੱਛੇ ਪਿੱਛੇ ਫਿਰੂ, ਮੈਂ ਸਾਰਾ ਕੰਮ ਕਰ ਲਿਆ ਕਰੂੰਗੀ। ਹੁਣ ਮੈਂ ਜੇ ਰੋਂਦਾ ਵਾ ਕੋਈ ਉਹਦੇ ਲਾਗੋਂ ਚੁੱਕਦਾ ਨਹੀਂ ਸੀ, ਉਹਨੂੰ ਅੱਡ ਕਰ ਦਿੱਤਾ ਗਿਆ। ਉਹਦੀ ਸੱਸ ਕੋਈ ਨਹੀਂ ਬੱਚੇ ਨੂੰ ਚੁੱਕਦਾ, ਆਪਣਾ ਬੱਚਾ ਪਾਲਦੀ ਸੀ। ਇਸ ਕਰਕੇ ਸਾਨੂੰ ਪਤਾ ਵਾ ਵੀ ਉਹ ਇਸ ਤਰ੍ਹਾਂ ਦਾ ਕਦਮ ਨਹੀਂ ਉਠਾ ਸਕਦੀ ਸੀ ਕਿਉਂਕਿ ਬੱਚੇ ਨੂੰ ਬਹੁਤ ਪਿਆਰ ਕਰਦੀ। ਕਹਿੰਦੀ ਮੇਰਾ ਰਾਜਵੀਰ ਇੰਝ ਕਰਦੀ। ਪਤੀ ਤੇ ਵੀ ਇਲਜ਼ਾਮ ਲੱਗ ਰਹੇ ਨੇ, FIR ਦਰਜ ਹੋ ਚੁੱਕੀ ਹੈ। ਕੀ ਲੱਗਦਾ ਹੈ ਕਿ ਉਹਦੇ ਹਸਬੈਂਡ ਵੀ ਬਿਲਕੁਲ ਨਾਲ ਸੀਗੇ ਜਿਹੜਾ ਉਹਦੇ ਨਾਲ ਜੇ ਉਹਨੇ ਫਾਹਾ ਲਿਆ ਆ ਜਾਂ ਉਹਨੂੰ ਮਾਰਿਆ ਗਿਆ? ਕੀ ਤੁਹਾਨੂੰ ਕੀ ਲੱਗਦਾ ਹੈ ਕੀ ਹੋਇਆ ਉਹਦੇ ਨਾਲ? ਹਾਂਜੀ, ਸਾਨੂੰ ਲੱਗਦਾ ਸਾਰੇ ਰਲੇ ਸੀਗੇ। ਨਹੀਂ ਹੋਇਆ ਕੀ ਉਹਦੇ ਨਾਲ? ਤੁਹਾਨੂੰ ਕੀ ਲੱਗਦਾ ਹੈ ਕੀ ਹੋਇਆ ਸੀ? ਹਾਂਜੀ, ਉਹ ਸਿਲੰਡਰ ਖਤਮ ਹੋ ਗਿਆ ਰਾਤ, ਤੇ ਰਾਤ ਇਹਨਾਂ ਨੇ ਆਪ ਉਹਨੇ ਨੇ ਪ੍ਰਾਹੁਣੇ ਨੇ ਰੋਟੀ ਆਪਣੀ ਮੰਮੀ ਕੋ ਖਾ ਲਈ, ਇਹਨੂੰ ਰੋਟੀ ਨਹੀਂ ਦਿੱਤੀ ਰਾਤ। ਸਵੇਰੇ ਉੱਠ ਕੇ ਰਾਤ ਵੀ ਉਹਨਾਂ ਨੇ ਕੁੱਟਿਆ, ਪ੍ਰਾਹੁਣੇ ਨੇ ਸਵੇਰੇ ਵੀ ਕੁੱਟਿਆ। ਉਹਨੇ ਸਾਨੂੰ ਫੋਨ ਕੀਤਾ 6 ਵਜੇ, ਤੇ ਮੇਰੀ ਨਾਲ ਗੱਲ ਨਹੀਂ ਹੋਈ, ਥੋੜ੍ਹੀ ਜਿਹੀ ਗੱਲ ਹੋਈ ਤੇ ਬੇਟੀ ਨਾਲ ਗੱਲ ਹੋਈ। ਕਹਿੰਦੀ ਆ ਪਰ ਮੈਨੂੰ ਇਹਨਾਂ ਰੋਟੀ ਨਹੀਂ ਦਿੱਤੀ ਰਾਤ, ਸਰਵਨ ਨੇ ਖਾ ਲਈ, ਸਵੇਰੇ ਵੀ ਉੱਠ ਕੇ ਖਾ ਲਈ। ਜਿਹੜੀ ਉਹ ਗੱਲ ਦੱਸੀ ਉਹਨੇ, ਉਹ ਕਿਸ ਤਰੀਕੇ ਨਾਲ ਬੋਲ ਕੇ ਦੱਸੀ? ਕਿਉਂਕਿ ਬੋਲ ਤਾਂ ਸਕਦੀ ਨਹੀਂ ਸੀ, ਕਿਸ ਤਰੀਕੇ ਨਾਲ ਦੱਸਿਆ ਉਹਨੇ? ਕੁਛ ਇਸ਼ਾਰੇ ਵੀ ਕਰਦੀ ਆ, ਕੁਝ ਇਹਨੂੰ ਸਮਝ ਲੱਗਦੀ ਸੀ ਬੇਟੀ ਨੂੰ, ਜਦੋਂ ਬੋਲਦੀ ਆ ਨਾ ਜਿਸ ਤਰ੍ਹਾਂ ਇਹਨੂੰ ਬੇਟੀ ਨੂੰ ਉਹਦੀ ਜ਼ਿਆਦਾ ਸਮਝ ਲੱਗਦੀ। ਮੈਨੂੰ ਵੀ ਲੱਗਦੀ ਹੈ ਪਰ ਇਹਨੂੰ ਜ਼ਿਆਦਾ ਸਮਝ ਲੱਗਦੀ ਆ। ਤੇ ਕਹਿੰਦੀ ਮੈਂ ਥਾਂ ਧੋਣ ਲੱਗੀ, ਉਹ ਮੰਮੀ ਨੇ ਮੈਨੂੰ ਕਿਹਾ ਮੋਟਰ ਨਹੀਂ ਚਲਾਉਣ ਦੇਣੀ। ਉਹ ਵੀ ਮਾਰਦੀ ਗਈ, ਸੱਸ ਉਹਦੀ ਵੀ ਮਾਰਦੀ, ਉਹਨੂੰ ਕੁੱਟਦੀ ਆ। ਤੇ ਇਹ ਪ੍ਰਾਹੁਣਾ ਮੁੜ ਕੇ ਜਿਹੜਾ ਵਾ ਇਹਨੇ ਵੀ ਮਾਰਿਆ, ਕਹਿੰਦੀ ਇਹਨਾਂ ਨੇ ਮੈਨੂੰ ਮਾਰਿਆ ਵਾ। ਸਵੇਰੇ ਹੁਣ ਵੀ ਨਹੀਂ ਮੈਂ ਰੋਟੀ ਖਾਧੀ, ਸਰਵਨ ਨੇ ਖਾ ਲਈ ਆ, ਤੇ ਮੈਨੂੰ ਰਾਤ ਦੀ ਰੋਟੀ। ਉਹ ਬੱਚੀ ਜਿਹੜੀ ਬੋਲ ਨਹੀਂ ਸਕਦੀ, ਸੁਣ ਨਹੀਂ ਸਕਦੀ, ਉਹਦੇ ਨਾਲ ਇੰਨਾ ਅਤਿਆਚਾਰ ਉਹਦੇ ਸਹੁਰੇ ਪਰਿਵਾਰ ਵੱਲੋਂ ਹੋਇਆ ਹੈ ਕਿ ਅੱਜ ਉਹ ਕੁੜੀ ਹੈ ਹੀ ਨਹੀਂ ਆ ਜੇ ਉਹਨੇ ਫਾਹਾ ਵੀ ਲੈ ਕੇ ਆਪਣੀ ਜ਼ਿੰਦਗੀ ਖਤਮ ਕੀਤੀ ਹੈ।
ਹਾਂਜੀ ਨਹੀਂ ਜੀ, ਉਹ ਫਾਹ ਨਹੀਂ ਲੈ ਸਕਦੀ, ਮੈਨੂੰ ਪਤਾ ਵਾ। ਪਹਿਲਾਂ ਵੀ ਇਹਨਾਂ ਇੰਨਾ ਜ਼ਿਆਦਾ ਮਾਰਿਆ ਸੀਗਾ, ਉਹਨੂੰ ਸੱਟਾਂ ਲਾਤੀਆਂ ਸੀ। ਉਦੋਂ ਵੀ ਉਹ ਕਹਿੰਦੀ, ਉਹ ਅਸੀਂ ਗਏ ਨਾ ਜਿੰਨੇ ਚਿਰ ਨੂੰ ਪਹੁੰਚੇ, ਉਹ ਬੇਟੇ ਨੂੰ ਚੁੱਕ ਕੇ ਬੈਠੀ ਸੀ, ਕਿਉਂਕਿ ਉਹ ਬੜਾ ਪਿਆਰ ਕਰਦੀ ਸੀ ਆਪਣੇ ਬੇਟੇ ਨੂੰ, ਮਾਰ ਨਹੀਂ ਸੀ ਸਕਦੀ ਉਹਨੂੰ ਛੱਡ ਕੇ। ਇਹਨਾਂ ਨੇ ਉਹਨੂੰ ਮਾਰ ਕੇ ਫਿਰ ਇਹਨਾਂ ਨੇ ਉਹਨੂੰ ਢੰਗ ਦਿੱਤਾ ਵਾ ਕਿ ਸਾਡੇ 'ਤੇ ਕੋਈ ਗੱਲ ਨਾ ਆਵੇ। ਇੱਕ ਉਹ ਬੱਚਾ ਜਿਹਦੇ ਅੰਦਰ ਕੋਈ ਵੱਲ ਛਲ ਨਹੀਂ ਹੈਗਾ, ਜਿਹੜਾ ਦੁਨੀਆਦਾਰੀ ਦੀ ਸਮਝ ਉਸ ਤਰੀਕੇ ਨਾਲ ਨਹੀਂ ਰੱਖਦਾ ਜਿੰਨੇ ਕਿ ਸੁਣਨ ਵਾਲੇ ਬੰਦੇ ਦੇ ਵਿੱਚ ਵੱਲ ਛਲ ਹੁੰਦੇ ਨੇ। ਉਸ ਲੜਕੀ ਨੇ ਕੀ ਅਜਿਹਾ ਕਰ ਦਿੱਤਾ ਕਿ ਇੱਥੋਂ ਤੱਕ ਨੌਬਤ ਪਹੁੰਚ ਗਈ ਹੈ? ਕੀ ਲੱਗਦਾ ਸੀ ਤੁਹਾਡੀ ਬੇਟੀ ਕਿਤੇ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਤਾਂ ਨਹੀਂ ਕਰਦੀ ਸੀ? ਨਹੀਂ ਜੀ, ਮੇਰੀ ਬੇਟੀ ਸਾਨੂੰ ਦੱਸ ਦਿੰਦੀ ਸੀ, ਰੋਂਦੀ ਬੜਾ ਹੁੰਦੀ, ਕਹਿੰਦੀ ਸੀ ਮੰਮੀ ਜਿਹੜੀ ਆ, ਮੰਮੀ ਦੀਦੀ ਸਾਰੇ ਗਲਤ ਸਰਵਨ ਨੂੰ ਗੱਲਾਂ ਝੂਠ ਦੱਸਦੇ ਆ, ਮੈਨੂੰ ਝੂਠੇ ਨਾਂ ਲਾਉਂਦੇ ਵੀ ਇੰਜ ਕਰਦੀ ਇੰਜ ਕਰਦੀ। ਮੈਂ ਇਹਨਾਂ ਦੇ ਮੂੰਹ ਵੱਲ ਵੇਖਦੀ, ਮੈਨੂੰ ਸਮਝ ਲੱਗਦੀ ਵੀ ਮੇਰਾ ਨਾਂ ਲਾਉਂਦੇ ਆ, ਪਰ ਮੈਨੂੰ ਸੁਣਿਆ ਨਹੀਂ ਜਾਂਦਾ। ਪਰ ਉਹ ਬੋਲ ਕੇ ਵੀ ਆਪਣੇ ਹਸਬੈਂਡ ਨੂੰ ਦੱਸ ਨਹੀਂ ਸਕਦੀ ਕਿ ਮੇਰੀ ਗਲਤੀ ਕੋਈ ਨਹੀਂ, ਤੇ ਰੋਂਦੀ ਬੜਾ ਸੀ, ਕਹਿੰਦੀ ਸੀ ਮੈਨੂੰ ਦਰਬਾਰ ਸਾਹਿਬ ਲੈ ਜਾਓ, ਮੈਂ ਠੀਕ ਹੋ ਜਾਊਂਗੀ, ਮੈਂ ਸਰਵਨ ਨੂੰ ਦੱਸਿਆ ਕਰੂੰ ਮੇਰੀ ਕੋਈ ਗਲਤੀ ਨਹੀਂ ਆ। ਤੇ ਸਰਵਨ ਉਹਨਾਂ ਦੇ ਪਿੱਛੇ ਲੱਗਦਾ ਸੀ, ਉਹ ਵੀ ਇਹਨੂੰ ਮਾਰਦਾ ਕੁੱਟਦਾ ਬਹੁਤ ਜ਼ਿਆਦਾ ਸੀ। ਜਦੋਂ ਬੇਟਾ ਹੋਇਆ ਨਾ, ਸ਼ਿਲੇ ਦੇ ਵਿੱਚ ਇਹਨਾਂ ਲੱਤਾਂ ਨਾਲ ਕੁੱਟੀ ਹੈ, ਬੜਾ ਜ਼ਿਆਦਾ ਕੁੱਟਦੇ ਰਹੇ ਪ੍ਰਾਹੁਣੇ ਨੇ, ਸੱਸ ਨੇ ਵੀ ਕੁੱਟੀ ਹੈ, ਜਠਾਣੀ ਵੀ ਕੁੱਟਦੀ। ਕਾਰਨ ਕੀ ਸੀ ਕੁੱਟਣ ਦਾ? ਤੁਸੀਂ ਪੁੱਛਿਆ ਨਹੀਂ ਜਾ ਕੇ ਕਿ ਕਿਉਂ ਬੱਚੀ ਨੂੰ ਕਿਉਂ ਕੁੱਟਦੇ ਹੋ? ਹਾਂਜੀ ਬਸ ਉਹਨਾਂ ਦਾ ਮਤਲਬ ਉਹਦੀ ਸੱਸ ਦਾ ਹੀ ਕਹਿੰਦੇ ਸੀ ਅਸੀਂ ਰੱਖਣਾ ਨਹੀਂ ਇਹਨੂੰ, ਬੋਲਦੀ ਸੁਣਦੀ ਨਹੀਂ ਆ। ਤੇ ਪਹਿਲਾਂ ਵੀ ਉਹ ਵਿਆਹ ਕਿਉਂ ਕਰਵਾਇਆ ਉਹਨਾਂ ਨੇ ਜੇ ਰੱਖਣਾ ਹੀ ਨਹੀਂ ਸੀ ਚਾਹੁੰਦੇ? ਪਹਿਲਾਂ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਸੀ? ਹਾਂਜੀ ਦੱਸਿਆ ਸੀ, ਸਾਰਾ ਪਤਾ ਗੁਰਦੁਆਰੇ। ਫਿਰ ਕਿਉਂ ਲੈ ਕੇ ਗਏ ਉਹ? ਹਾਂਜੀ ਪਤਾ ਨਹੀਂ ਜੀ, ਹੁਣ ਪਹਿਲਾਂ ਉਹਨਾਂ ਵਿਆਹ ਕਰ ਲਿਆ, ਬਾਅਦ ਚੋਂ ਕਹਿੰਦੀ ਸੀ ਨਹੀਂ ਰੱਖਣਾ ਇਹਨੂੰ ਅਸੀਂ। ਨੌਜਵਾਨ ਲੜਕੀ 25 ਸਾਲ ਦੀ, ਪਹਿਲਾਂ ਦੱਸਿਆ ਗਿਆ ਹੈ ਕਿ ਉਸ ਲੜਕੀ ਨੂੰ ਸੁਣਦਾ ਨਹੀਂ ਹੈ, ਉਹ ਬੋਲਦੀ ਨਹੀਂ ਹੈ, ਵਿਆਹ ਹੋ ਜਾਂਦਾ ਹੈ ਔਰ ਜਦੋਂ ਬੇਟਾ ਪੈਦਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਕਿਹਾ ਜਾਂਦਾ ਅਸੀਂ ਰੱਖਣਾ ਨਹੀਂ ਆ, ਔਰ ਨੌਬਤ ਇੱਥੋਂ ਤੱਕ ਆ ਗਈ ਕਿ ਉਹ ਬੱਚੀ ਆਪਣੀ ਜਾਨ ਗਵਾ ਚੁੱਕੀ ਹੈ, ਜੋ ਇਸ ਦੁਨੀਆ ਤੇ ਨਹੀਂ ਹੈਗੀ। ਕੀ ਕਾਰਨ ਰਹੇ ਸੀਗੇ ਜਾਂ ਕੌਣ ਉਸ ਨੂੰ ਸਮਝ ਨਹੀਂ ਸਕਿਆ? ਕਿਹੜੀਆਂ ਅਜਿਹੀਆਂ ਗੱਲਾਂ ਸੀ? ਪਿਤਾ ਵੀ ਉਹਦੇ ਸਾਡੇ ਨਾਲ ਮੌਜੂਦ ਨੇ, ਅਸੀਂ ਗੱਲ ਕਰਦੇ ਹਾਂ। ਜਦੋਂ ਰਿਸ਼ਤਾ ਹੋਇਆ ਸੀਗਾ ਉਦੋਂ ਤੁਸੀਂ ਦੱਸਿਆ ਸੀਗਾ ਵੀ ਸਾਡੀ ਬੱਚੀ ਬੋਲ ਨਹੀਂ ਸਕਦੀ, ਸੁਣ ਨਹੀਂ ਸਕਦੀ, ਤੁਸੀਂ ਇਹਦੇ ਨਾਲ ਐਡਜਸਟ ਕਿੱਦਾਂ ਕਰੋਗੇ ਜਾਂ ਉਹ ਕਿਵੇਂ ਐਡਜਸਟ ਕਰੂਗੀ? ਇਹ ਕੀ ਸਾਰਾ ਸੀਗਾ ਮਾਜਰਾ? ਅਸੀਂ ਵੇਖੋ ਜੀ, ਉਹਨਾਂ ਨੂੰ ਘਰ ਜਾ ਕੇ ਦੱਸੀ ਸਾਰੀ ਨਿੱਕੀ ਨਿੱਕੀ ਗੱਲ ਵੀ ਇਹ ਸੁਣਦੀ ਬੋਲਦੀ ਨਹੀਂ ਜੇ ਕੁੜੀ, ਕੱਲ੍ਹ ਨੂੰ ਨਾ ਕੋਈ ਕਿਸੇ ਤਰ੍ਹਾਂ ਦੀ ਇਹੋ ਜਿਹੀ ਹਰਕਤ ਕਰੇ ਵੀ ਜਿਹਦੀ ਸਾਨੂੰ ਨੌਬਤ ਆਵੇ। ਕਹਿੰਦੇ ਨਹੀਂ ਵੀ ਸਾਨੂੰ ਮਨਜ਼ੂਰ ਆ ਸਭ ਕੁਝ। ਉਸ ਤੋਂ ਬਾਅਦ ਮੈਂ ਸਾਰੇ ਪਰਿਵਾਰ ਨੂੰ ਗੁਰਦੁਆਰੇ ਬਹਾ ਕੇ ਆਪਣੀ ਕੁੜੀ ਬੇਟੀ ਨੂੰ ਘਰੋਂ ਮੈਂ ਖੜ ਕੇ ਪਰਿਵਾਰ ਦੇ ਵਿੱਚ ਬਹਾ ਦਿੱਤਾ ਵਾ ਵੀ ਇਹ ਵੇਖ ਲਓ, ਇਹਦੇ ਨਾਲ ਗੱਲਾਂ ਕਰੋ, ਜੇ ਤੁਹਾਨੂੰ ਇਹਦੀ ਗੱਲ ਦੀ ਸਮਝ ਆਉਂਦੀ ਆ ਤਦ ਹਾਂ ਕਰੋ, ਜੇ ਇਹ ਨਹੀਂ ਆਉਂਦੀ ਤਦ ਨਾ ਕਰ ਦਿਓ, ਸਾਨੂੰ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ। ਜੇ ਤੁਹਾਡੇ ਮਨ ਨੂੰ ਲੱਗਦਾ ਵਾ ਵੀ ਸਾਨੂੰ ਮਨਜ਼ੂਰ ਹੈ ਰਿਸ਼ਤਾ, ਹਾਂ ਕਰ ਦਿਓ। ਚਲੋ ਉਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਸਾਨੂੰ ਹਾਂ ਕਰ ਦਿੱਤੀ ਵੀ ਸਾਨੂੰ ਰਿਸ਼ਤਾ। ਉਦੋਂ ਕੌਣ ਜ਼ਿਆਦਾ ਚਾਹੁੰਦਾ ਸੀ ਵੀ ਰਿਸ਼ਤਾ ਹੋ ਜਾਵੇ? ਮਾਂ ਪਿਓ ਮੁੰਡੇ ਦੇ ਚਾਹੁੰਦੇ ਸੀ ਜਾਂ ਮੁੰਡਾ ਚਾਹੁੰਦਾ ਸੀ ਜਾਂ ਕੋਈ ਭੈਣ ਭਰਾ ਚਾਹੁੰਦਾ ਸੀ? ਨਹੀਂ ਮੈਡਮ ਜੀ, ਮੁੰਡਾ ਚਾਹੁੰਦਾ ਸੀ ਉਸ ਟਾਈਮ 'ਤੇ ਵੀ ਰਿਸ਼ਤਾ ਹੋ ਜਾਵੇ, ਮਾਂ ਪਿਓ ਉਸ ਟਾਈਮ 'ਤੇ ਵੀ ਨਹੀਂ ਚਾਹੁੰਦਾ। ਇਸ ਗੱਲ ਦਾ ਸਾਨੂੰ ਬਾਅਦ 'ਚ ਵੀ ਪਤਾ ਲੱਗਾ ਵਾ, ਬਾਅਦ 'ਚ ਜਦੋਂ ਕੁੱਟਮਾਰ ਲੜਕੀ ਦੇ ਨਾਲ ਕੀਤੀ ਹੈ ਨਾ, ਇਸ ਗੱਲ ਦਾ ਸਾਨੂੰ ਬਾਅਦ 'ਚ ਪਤਾ ਲੱਗਾ ਵਾ ਵੀ ਮਾਂ ਪਿਓ ਨਹੀਂ ਚਾਹੁੰਦਾ ਇਹ ਰਿਸ਼ਤਾ। ਤੇ ਮੁੰਡੇ ਨੇ ਆਖਿਆ ਸੀ ਵੀ ਮੈਂ ਇਹਨੂੰ ਜੇ ਤੁਸੀਂ ਰਿਸ਼ਤਾ ਨਾ ਕਰਨ ਦਿੱਤਾ ਤੇ ਮੈਂ ਤੁਹਾਡੀਆਂ ਘਰ ਜਾ ਕੇ ਲੱਤਾਂ ਤੋੜ ਦੇਣੀਆਂ। ਇਹ ਜਦੋਂ ਝਗੜਾ ਹੋਇਆ ਨਾ, ਅੱਜ ਤੋਂ 3-4 ਮਹੀਨੇ ਪਹਿਲਾਂ ਦੀ ਗੱਲ ਆ, ਉਸ ਟਾਈਮ ਤੇ ਸਾਡੇ ਗੱਲ ਸਾਹਮਣੇ ਆਈ ਆ, ਸਾਨੂੰ ਪਤਾ ਲੱਗਾ ਵਾ ਵੀ ਮਾਂ ਪਿਓ ਇਸ ਰਿਸ਼ਤੇ ਨੂੰ ਨਹੀਂ ਮਨਜ਼ੂਰ ਕਰਦੇ ਤੇ ਮੁੰਡਾ ਇਹ ਚਾਹੁੰਦਾ ਸੀ ਵੀ ਮੈਂ। ਜੇ ਮੁੰਡਾ ਚਾਹੁੰਦਾ ਸੀ, ਮੁੰਡੇ ਨੇ ਰਿਸ਼ਤਾ ਕੀਤਾ ਸੀ, ਫਿਰ ਕੀ ਕਾਰਨ ਸੀ ਕਿ ਮੁੰਡੇ ਨੂੰ ਕੁੜੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਬੇਟੇ ਦੇ ਜਨਮ ਤੋਂ ਬਾਅਦ? ਮੈਡਮ ਜੀ ਬਾਅਦ ਦੇ ਵਿੱਚ ਪਤਾ ਨਹੀਂ ਇਹਨਾਂ ਦੇ ਘਰ ਦਾ ਕੀ ਚੱਕਰ ਸੀ, ਪਹਿਲਾਂ ਨਹੀਂ ਕੋਈ ਗੱਲ ਹੋਈ। ਮੁੰਡਾ ਜਿਹੜਾ ਨਾ ਆਪਣੀ ਮੰਮੀ ਡੈਡੀ ਦੇ ਮਗਰ ਲੱਗ ਕੇ, ਭਰਜਾਈ ਦੇ ਮਗਰ ਲੱਗ ਕੇ ਤੇ ਬੇਟੀ ਨੂੰ ਬੜਾ ਪਰੇਸ਼ਾਨ ਕਰਦਾ। ਸਿਲੇ ਦੇ ਵਿੱਚ ਅਜੇ ਬੇਟੇ ਹੋਏ ਨੂੰ ਕੁਝ ਚਿਰ ਹੀ ਹੋਇਆ ਸੀ, ਲੱਤਾਂ ਮਾਰ ਕੇ ਕੁੱਟਦੇ ਰਹੇ। ਅਸੀਂ ਫੋਨ 'ਤੇ ਸਮਝਾਉਂਦੇ ਰਹੇ, ਜਾ ਕੇ ਉਹਨੂੰ ਸਮਝਾ ਕੇ ਆਉਂਦੇ ਰਹੇ ਹਾਂ ਵੀ ਬਹੁਤਾ ਇੰਜ ਨਾ ਕਰ, ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਵੀ ਸਿਲੇ ਦੇ ਵਿੱਚ ਨਹੀਂ ਕੁੱਟੀ ਮਾਰੀ ਦਾ ਵੀ, ਇਹ ਜੋ ਵੀ ਕੋਈ ਹੋਣਾ ਤੈਨੂੰ ਬਾਅਦ ਦੇ ਵਿੱਚ ਕਸ਼ਟ ਹੋਣਾ ਵਾ। ਨਹੀਂ ਮੈਂ ਆਹ ਨਹੀਂ ਕਰਦਾ, ਇੰਜ ਨਹੀਂ ਕਰਦਾ। ਉਹ ਤੋਂ ਬਾਅਦ ਅਜੇ 5 ਮਹੀਨੇ ਬੇਟੇ ਨੂੰ ਹੋਏ ਹੋਣੇ ਆ, ਬਹੁਤ ਜ਼ਿਆਦਾ ਹੀ ਮਾਂ ਪਿਓ ਦੇ ਮਗਰ ਲਾ ਕੇ ਬੇਟੀ ਨੂੰ ਉਹਨੇ ਕੁੱਟਿਆ। ਇੱਥੋਂ ਦੀ ਵੀ ਇੱਥੇ ਅੱਖਾਂ 'ਤੇ ਨੀਲ ਪਏ ਆ। ਪਿੰਡ ਦੀ ਬਾਰੇ ਪੰਚਾਇਤ ਗਈ ਆ, ਉੱਥੋਂ ਦੀ ਬਾਰੇ ਪੰਚਾਇਤ ਖੁਦ ਉਹਨਾਂ ਦੇ ਚਾਚੇ ਤਾਏ ਜਿਹੜੇ ਉਹ ਵਿੱਚ ਆਏ, ਉਹਨਾਂ ਨੇ ਬਹਿ ਕੇ ਫੈਸਲਾ ਕਰਾਇਆ ਵਾ ਵੀ ਇਹ ਕੋਈ ਵੀ ਜ਼ਿੰਮੇਵਾਰੀ ਅੱਜ ਤੋਂ ਗਾਂਹ ਹੋਊਗੀ ਤੇ ਸਾਡੀ ਜ਼ਿੰਮੇਵਾਰੀ ਰਹਿ ਗਈ। ਅਸੀਂ ਪੁਲਿਸ ਥਾਣੇ ਦਰਖਾਸਤ ਵੀ ਦਿੱਤੀ ਸੀ, ਉਹਨਾਂ ਨੇ ਕਹਿ ਕੇ ਸਾਨੂੰ ਉਹ ਦਰਖਾਸਤ 'ਤੇ ਗੌਰ ਕਰਨ ਵਾਸਤੇ ਮਨਾ ਕਰ ਦਿੱਤਾ ਵੀ ਪੁਲਿਸ ਨੂੰ ਤੁਸੀਂ ਕਹਿ ਦਿਓ ਵੀ ਦਰਖਾਸਤ ਵਾਪਸ ਲੈ ਲਓ, ਵੀ ਕੋਈ ਗੱਲ ਨਹੀਂ ਹੁੰਦੀ, ਕੋਈ ਗੱਲ ਹੋਊਗੀ ਜ਼ਿੰਮੇਵਾਰੀ ਸਾਡੀ। ਉਹ ਤੋਂ ਬਾਅਦ ਹੁਣ ਕੀ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਹੈ, ਕਾਰਵਾਈ ਹੋ ਰਹੀ ਹੈ ਜਾਂ ਨਹੀਂ ਹੋ ਰਹੀ? FIR ਦਰਜ ਹੋ ਗਈ ਆ, ਕੋਈ ਗ੍ਰਿਫਤਾਰੀ ਹੋਈ ਹੈ? ਮੈਡਮ ਜੀ, ਅੱਜ ਚੌਥਾ ਦਿਨ ਜਾਣ ਡਿਆ,
ਗ੍ਰਿਫਤਾਰੀ ਸਿਰਫ ਅਜੇ ਤੱਕ ਇੱਕ ਜਾਣੇ ਦੀ ਕੀਤੀ ਆ, ਜਿਹਦੇ ਵਿੱਚ ਅਸੀਂ 5-6 ਜਣੇ ਦੇ ਨਾਲ ਖਾਏ ਆ। ਉਹ ਤੋਂ ਬਾਅਦ ਪੁਲਿਸ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ। ਕਿਸ ਦੀ ਗ੍ਰਿਫਤਾਰੀ ਹੋਈ ਹੈ? ਸਿਰਫ ਸਰਵਨ ਸਿੰਘ ਦੀ ਗ੍ਰਿਫਤਾਰੀ ਕੀਤੀ ਹੈ ਜੀ, ਜੋ ਲੜਕੀ ਦਾ ਹਸਬੈਂਡ ਸੀ ਉਹਦੀ ਗ੍ਰਿਫਤਾਰੀ ਕੀਤੀ ਗਈ। ਬਾਕੀ ਜਿਹੜੇ ਦੋਸ਼ੀ ਆ ਉਹ ਅਜੇ ਤੱਕ ਸਰਾਖਾਂ ਤੋਂ ਬਾਹਰ ਫਿਰਨ ਡਏ। ਅਸੀਂ ਇਹ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇ। ਲੜਕੀ ਦੀ ਸਿਸਟਰ ਵੀ ਸਾਡੇ ਨਾਲ ਮੌਜੂਦ ਹੈ, ਜਿਹੜੀ ਲੜਕੀ ਨੂੰ ਬਹੁਤ ਅੱਛੇ ਤਰੀਕੇ ਨਾਲ ਉਹਦੀ ਹਰ ਗੱਲ ਨੂੰ ਸਮਝਦੇ ਸੀਗੇ। ਤੁਹਾਡੇ ਨਾਲ ਕਿਹੜੀਆਂ ਗੱਲਾਂ ਕਰਦੇ ਸੀ? ਤੁਹਾਨੂੰ ਘਰ ਦੀ ਹਰ ਗੱਲ ਦੱਸਦੇ ਸੀ ਕਿ ਕੀ ਹੁੰਦਾ ਹੈ, ਕਿਸ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਸੀ? ਕਿਉਂਕਿ ਤੋਂ ਸੁਣਦਾ ਉਹਨਾਂ ਨੂੰ ਸੀਗਾ ਨਹੀਂ ਤੇ ਬੋਲ ਹੋ ਸਕਦੇ ਨਹੀਂ ਸੀ ਆਪਣੇ ਦਰਦ ਨੂੰ। ਫਿਰ ਤੁਸੀਂ ਕਿੱਦਾਂ ਸਮਝ ਕੇ ਕਿੱਦਾਂ ਸਮਝਾਉਂਦੇ ਸੀ ਹਰ ਗੱਲ ਨੂੰ? ਹਾਂਜੀ, ਉਹ ਮੈਨੂੰ ਇਸ਼ਾਰਿਆਂ ਦੇ ਨਾਲ ਹਰ ਇੱਕ ਗੱਲ ਦੱਸਦੀ ਸੀ ਕਿ ਈਪ, ਹਾਂਜੀ ਵੀਡੀਓ ਕਾਲ ਤੇ ਮੇਰਾ ਪਰਮ ਨਾਮ ਨਹੀਂ ਲੈਂਦੀ, ਕਹਿੰਦੀ ਸੀ ਈਪ ਮੈਨੂੰ ਇਦਾਂ ਸਰਵਣ ਕਹਿੰਦਾ ਵਾ, ਈਪ ਮੰਮੀ ਮੇਰੇ ਨਾਲ ਇਦਾਂ ਕਰਦੇ ਆ, ਦੀਦੀ ਮੈਨੂੰ ਇਦਾਂ ਕਰਦੀ, ਮੈਂ ਕੱਪੜੇ ਇਦਾਂ ਇਸ਼ਾਰਿਆਂ ਨਾਲ ਕਰਦੀ, ਦੀਦੀ ਮੈਂ ਈਪ ਮੈਂ ਕੱਪੜੇ ਧੋਣ ਜਾਂਦੀ, ਦੀਦੀ ਮੈਨੂੰ ਨਹਾਉਣ ਨਹੀਂ ਮੈਂ ਨਹਾਉਣ ਜਾਂਦੀ, ਦੀਦੀ ਮੈਨੂੰ ਕੱਪੜੇ ਧੋਣ ਵੜ ਜਾਂਦੀ, ਮੈਨੂੰ ਨਹਾਉਣ ਨਹੀਂ ਦਿੰਦੀ। ਇਸ਼ਾਰਿਆਂ ਦੇ ਨਾਲ ਸਾਰੀ ਗੱਲ ਮੈਨੂੰ ਸਮਝਾਉਂਦੀ। ਮੈਂ ਉਹਨੂੰ ਕਹਿੰਦੀ ਹਾਂ ਕੋਈ ਗੱਲ ਨਹੀਂ, ਤੂੰ ਨਾ ਬੋਲਿਆ ਕਰ, ਤੂੰ ਚੁੱਪ ਹੀ ਕੀਤੀ ਰਿਹਾ ਕਰ, ਤੂੰ ਚੁੱਪ। ਕਹਿੰਦੀ ਸੀ ਠੀਕ ਹੈ। ਉਹਨੂੰ ਰੋਟੀ ਵੀ ਨਹੀਂ ਸੀ ਖਾਣ ਨੂੰ ਦਿੰਦੇ ਸੀ, ਕਹਿੰਦੀ ਸੀ ਮੈਂ ਰੋਟੀ ਨਹੀਂ ਸੀ ਖਾਧੀ। ਮੰਮੀ ਨੇ ਮੈਨੂੰ ਕਹਿਣਾ, ਉਹਨੂੰ ਕਿਹਾ ਤੂੰ ਪਾਣੀ ਪੀ ਲਾ, ਪਾਣੀ ਪੀ ਕੇ ਤੇ ਇੱਦਾਂ ਸੌ ਜਾ। ਮੈਂ ਉਹਨੂੰ ਸਮਝਾਉਣਾ, ਉਹਨੇ ਕਹਿਣਾ ਠੀਕ ਹੈ। ਇਸ਼ਾਰਿਆਂ ਦੇ ਨਾਲ ਹੀ ਮੈਨੂੰ ਆਪਣੀ ਹਰੇਕ ਗੱਲ ਦੱਸਦੀ ਹਾਂ ਤੇ ਇਸ਼ਾਰਿਆਂ ਨਾਲ ਹੀ ਉਹ ਮੈਨੂੰ ਦੱਸਦੀ ਸੀ ਆਪਣੀ ਹਰੇਕ। ਇੱਕ ਇਹੋ ਜਿਹਾ ਸੰਸਾਰ ਹੈ ਕਿ ਮਾਵਾਂ ਕਹਿ ਲੈਂਦੀਆਂ ਬੱਚੀਆਂ ਨੂੰ ਕਿ ਤੁਸੀਂ ਪਾਣੀ ਪੀ ਕੇ ਸੌਂ ਜਾਓ, ਔਰ ਬੱਚੀਆਂ ਪਾਣੀ ਪੀ ਕੇ ਸੌਂ ਜਾਂਦੀਆਂ ਨੇ। ਇੱਕ ਇਹੋ ਜਿਹੇ ਸਹੁਰੇ ਘਰ ਨੇ। ਤੁਸੀਂ ਤੁਹਾਨੂੰ ਆਪਣੇ ਦਿਲ ਦੀ ਜਦੋਂ ਗੱਲਾਂ ਦੱਸਦੀ ਸੀ, ਕੀ ਘਰ ਦੇ ਵਿੱਚ ਗੁਜ਼ਰਦਾ ਸੀ, ਕੀ ਹੁੰਦਾ ਸੀਗਾ? ਤੁਹਾਨੂੰ ਦੱਸਿਆ ਹੈ ਕਿ ਕਿਵੇਂ, ਕੌਣ ਲੜਦਾ ਸੀਗਾ, ਕੀ ਝਗੜਾ ਹੁੰਦਾ ਸੀ? ਹਾਂਜੀ, ਇੱਕ ਉਹਨਾਂ ਦੇ ਮੇਰੇ ਸਿਸਟਰ ਦੇ ਵੱਡੇ ਜੇਠ ਦਾ ਬੇਟਾ ਹੈ, ਉਹਨਾਂ ਨੇ ਵੀ ਉਹਨਾਂ 'ਤੇ ਹੱਥ ਚੁੱਕਿਆ ਸੀ। ਉਹਨਾਂ ਦੀ ਜਠਾਣੀ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਸੀ। ਸਾਸੂ ਮਾਂ ਨੇ ਵੀ ਉਹਨਾਂ ਦੀ ਨਹੀਂ, ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਿਆ। ਤੁਹਾਨੂੰ ਸਨੈਪ ਜਿਹੜੀਆਂ ਦਿਖਾਈਆਂ ਵਾ ਕਿ ਇੱਥੇ ਸੱਟ ਲੱਗੀ ਹੋਈ ਆ। ਉਹਨਾਂ ਦੇ ਸਸੁਰ ਜੀ ਨੇ ਵੀ ਉਹਨਾਂ ਨੂੰ ਕੁੱਟਿਆ, ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸੀ ਉਹਨੂੰ। ਪਰੇਸ਼ਾਨ ਕਰਦੇ ਸੀ, ਫਿਰ ਤੁਹਾਨੂੰ ਦੱਸਦੇ ਸੀ, ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਚੁੱਪ ਕਰ ਜਾਓ, ਇਵੇਂ ਹੀ ਕਹਿੰਦੇ ਸੀ ਤੁਸੀਂ? ਹਾਂਜੀ, ਕਹਿੰਦੇ ਵੀ ਸੀ, ਬਟ ਅਸੀਂ ਪੰਚਾਇਤ ਦੇ ਨਾਲ ਵੀ ਲੈ ਕੇ ਗਏ ਸੀ। ਤੁਹਾਨੂੰ ਪਾਪਾ ਨੇ ਦੱਸਿਆ ਕਿ ਉੱਥੇ ਪੰਚਾਇਤ ਮੈਂਬਰ ਨੂੰ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ 'ਤੇ ਚੁੱਕ ਲਿਆ ਸੀ ਕਿ ਅਸੀਂ ਕੁਛ ਨਹੀਂ ਹੋਣ ਦੇਵਾਂਗੇ, ਸਾਨੂੰ ਸਾਰੀ ਰਿਸਪੌਂਸਿਬਿਲਿਟੀ ਸਾਡੀ ਹੈ, ਬਟ ਉਹਨਾਂ ਦੇ ਨਹੀਂ ਕੁਛ ਨਹੀਂ। ਇੱਕ ਜ਼ਿੰਦਗੀ ਚਲੇ ਜਾਂਦੀ ਹੈ, ਪੰਚਾਇਤਾਂ ਇਕੱਠੀਆਂ ਹੁੰਦੀਆਂ ਨੇ, ਪਰ ਉਹ ਜਾਨ ਨੂੰ ਬਚਾ ਨਹੀਂ ਸਕੇ। ਕੀ ਲੱਗਦਾ ਹੈ ਕਿ ਕੀ ਹੋਇਆ ਉਸ ਦਿਨ? ਕੁੜੀ ਨੇ ਖੁਦ ਪਾ ਲਿਆ ਹੈ ਜਾਂ ਕੁਝ ਹੋਰ ਮਾਜਰਾ ਸੀ? ਹਾਂਜੀ, ਨਹੀਂ, ਉਹ ਖੁਦ ਕਦੀ ਕਿਉਂਕਿ ਤੁਸੀਂ ਉਹਨਾਂ ਨਾਲ ਹਰ ਗੱਲ ਕਰਦੇ ਸੀ, ਤੁਹਾਨੂੰ ਹਰ ਗੱਲ ਦੱਸਦੇ ਸੀ। ਹਾਂਜੀ, ਨਹੀਂ ਕਰ ਸਕਦੇ ਉਹ ਕਦੇ ਵੀ। ਪਤਾ ਨਹੀਂ ਕਿ ਸਰਵਣ ਉਹਨਾਂ ਦੇ ਹਸਬੈਂਡ ਨੇ ਕੀ ਕਿਹਾ ਕਿ ਨਹੀਂ, ਉਹ ਇੱਦਾਂ ਹੀ ਕਹਿੰਦੀ ਸੀ, ਪਰ ਮੇਰਾ ਇੱਦਾਂ ਵੀਰ ਨੂੰ ਚੁੱਕ ਲੈਂਦੀ, ਕਹਿੰਦੀ ਪਰ ਮੇਰਾ ਰਾਜਵੀਰ, ਉਹਨੂੰ ਕਦੇ ਵੀ ਛੱਡ ਕੇ ਨਹੀਂ ਜਾ ਸਕਦੀ। ਫਿਰ ਜੋ ਵੀ ਕੰਮ ਕਰਨਾ ਹੁੰਦਾ ਸੀ ਤੁਹਾਡੇ ਤੋਂ ਪਹਿਲਾਂ ਸਲਾਹ ਲੈਂਦੇ ਸੀ? ਹਾਂਜੀ, ਲੈਂਦੇ ਸੀ। ਕਹਿੰਦੇ ਸੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਕਿਹੜੀ ਕੰਮ ਕਿੱਦਾਂ ਕਰਨਾ, ਕਿਉਂਕਿ ਆਪਾਂ ਨੂੰ ਸੁਣਦਾ, ਆਪਾਂ ਇੱਕ ਦੂਸਰੇ ਦੀਆਂ ਸੁਣਦੇ। ਉਹ ਮੈਨੂੰ ਕਹਿੰਦੇ ਹੁੰਦੇ ਇਹ ਭਾ ਕੰਮ ਇੱਦਾਂ ਵਾ, ਗਲਤ ਆ ਕਿ ਸਹੀ ਆ, ਮੈਂ ਕਰਾਂ ਕਿ ਨਾ। ਜੇ ਗਲਤ ਲੱਗਦਾ ਸੀ ਫਿਰ ਮੈਂ ਉਹਨੂੰ ਇੱਦਾਂ ਸਮਝਾ ਦਿੰਦੀ ਸੀ ਕਿ ਨਹੀਂ ਆਹ ਗਲਤ ਆ। ਜੇ ਠੀਕ ਹੁੰਦਾ ਫਿਰ ਮੈਂ ਕਹਿੰਦੀ ਹਾਂ ਠੀਕ ਆ, ਕੰਮ ਕਰ ਇੱਦਾਂ। ਤੇ ਫਿਰ ਤੁਹਾਡੇ ਨਾਲ ਇਹ ਗੱਲ ਨਹੀਂ ਕੀਤੀ ਉਹਨਾਂ ਨੇ ਪਹਿਲਾਂ, ਜਿਸ ਦਿਨ ਇਹ ਗੱਲ ਹੋਈ ਹੈ? ਕਿੰਨੇ ਵਜੇ ਦੀ ਘਟਨਾ ਹੈ? 7:30-8 ਦੇ ਕਰੀਬ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਆ ਤੇ ਆਖਦੀ, ਹਾਂਜੀ ਉਸ ਦਿਨ ਹੀ 7:30 ਦਾ ਟਾਈਮ ਹੀ। ਕਹਿੰਦੀ ਪਰ ਰਾਤ ਵੀ ਇਹਨਾਂ ਨੇ ਮੈਨੂੰ ਇੱਦਾਂ ਰੋਟੀ ਨਹੀਂ ਦਿੱਤੀ, ਸਰਵਨ ਨੇ ਮੰਮੀ ਕੋਲੋਂ ਖਾ ਲਈ, ਹੁਣ ਵੀ ਮੈਨੂੰ ਨਹੀਂ ਰੋਟੀ ਦਿੱਤੀ ਮੰਮੀ ਕੋਲੋਂ। ਸਰਵਨ ਨੇ ਚੌਲ ਵੀ ਖਾ ਲਏ ਆ, ਇੱਦਾਂ ਬੋਲਦੀ ਸੀ, ਗਾਜਰ ਦਾ ਮੁਰੱਬਾ ਵੀ ਖਾ ਲਿਆ, ਮੈਨੂੰ ਰੋਟੀ ਨਹੀਂ ਦਿੱਤੀ। ਮੈਨੂੰ ਸਰਵਨ ਨੇ ਰਾਤ ਵੀ ਕੁੱਟਿਆ ਨਹੀਂ ਬੋਲਦੀ, ਕਹਿੰਦੀ ਮੈਨੂੰ ਰਾਤ ਵੀ ਸਰਵਨ ਨੇ ਫਾ ਮਾਰਿਆ, ਹੁਣ ਵੀ ਮਾਰਿਆ ਵਾ। ਰਿਕਾਰਡਿੰਗ ਸੁਣਾਓਗੇ ਸਾਨੂੰ? ਕਿਹੜੀ ਕੁਝ ਪੁਰਾਣੀਆਂ ਰਿਕਾਰਡਿੰਗਸ ਹੈਗੀਆਂ ਤੁਹਾਡੇ ਕੋਲ? ਨਹੀਂ, ਜੇ ਕੋਈ ਰਿਕਾਰਡਿੰਗ ਜਿਹਦੇ ਵਿੱਚ ਉਹ ਗੱਲ ਕਰਦੀ ਹੋਣ, ਬੋਲਦੇ ਹੋਣ ਕੁਝ, ਜ਼ਰੂਰ, ਹਾਂਜੀ ਉਹ ਜ਼ਰੂਰ ਸਾਨੂੰ ਦਿਖਾਓ ਕਿ ਕੀ ਬੋਲਦੇ ਨੇ ਉਹਦੇ। ਹਾਂਜੀ, ਦਿੰਦੇ ਉਹ ਫੋਨ ਦੇ ਵਿੱਚ ਦੇਖ ਕੇ। ਲੜਕੀ ਜਿਹੜੀ ਹੈ ਹਰ ਗੱਲ ਆਪਣੀ ਸਿਸਟਰ ਨਾਲ ਸਾਂਝੀ ਕਰਦੀ ਸੀ ਔਰ ਸਿਸਟਰ ਕੋਲੋਂ ਸਲਾਹ ਲੈ ਕੇ ਚੱਲਦੀ ਸੀ, ਕਿਉਂਕਿ ਉਹ ਲੜਕੀ ਜਿਹੜੀ ਆ ਬੋਲ ਨਹੀਂ ਸਕਦੀ, ਸੁਣ ਨਹੀਂ ਸਕਦੀ, ਅੰਡਰਸਟੈਂਡ ਨਹੀਂ ਕਰ ਸਕਦੀ ਕਿ ਕੋਈ ਮੈਨੂੰ ਕੀ ਕਹਿ ਰਿਹਾ। ਇੱਕ ਜਿਵੇਂ ਦੱਸ ਰਹੇ ਨੇ, ਬੱਚਾ ਬਹੁਤ ਛੋਟਾ ਸੀਗਾ, ਉਦੋਂ ਵੀ ਮਾਰ ਕੁੱਟ ਹੋਈ, ਉਦੋਂ ਵੀ ਕਰਦੇ ਗਏ ਸੀ। ਉਦੋਂ ਕੀ ਕਾਰਨ ਸੀ? ਬੱਚਾ ਰੋਂਦਾ ਸੀ ਜਾਂ ਕੀ ਗੱਲ ਸੀ ਉਦੋਂ? ਹਾਂਜੀ, ਉਹਨਾਂ ਨੂੰ ਸੁਣਦਾ ਨਹੀਂ ਸੀ, ਨਾ ਉਹ ਬੋਲ ਸਕਦੇ ਸੀ, ਬੇਬੀ ਛੋਟਾ ਸੀ ਤੇ ਉਹ ਕਹਿੰਦੀ ਸੀ ਕਿ ਮੈਨੂੰ ਇੱਦਾਂ ਸੁਣਦਾ ਨਹੀਂ ਆ। ਮੈਨੂੰ ਇਸ਼ਾਰੇ ਨਾਲ ਜੇ ਉਹਨੂੰ ਸਮਝਾਉਂਦੇ ਤਾਂ ਫਿਰ ਉਹਨੂੰ ਸੁਣਨਾ ਸੀ, ਤੇ ਉਹਨੂੰ ਨਹੀਂ ਸੀ ਸਮਝ ਲੱਗਦੀ, ਸੁਣਦਾ ਨਹੀਂ ਸੀ। ਤੇ ਉਹਦੀ ਸਾਸੂ ਮਾਂ ਕਹਿੰਦੇ, ਤੁਹਾਨੂੰ ਵੀਡੀਓ ਵੀ ਦਿਖਾਉਂਦੇ, ਉਹਨਾਂ ਦੇ ਹਸਬੈਂਡ ਕਹਿੰਦੇ ਉੱਠਦੀ ਨਹੀਂ ਆ, ਤੂੰ ਉੱਠ ਕੇ ਇਹਨਾਂ ਨੂੰ ਫੜ ਵੀ। ਜਦੋਂ ਉਹ ਮੀਨਸ ਕਿ ਉਹਨਾਂ ਦਾ ਬੇਬੀ ਹਜੇ ਮਤਲਬ ਉਹ ਛਿਲੇ 'ਚ ਸੀਗੇ, ਹਜੇ ਉਹਨਾਂ ਦੇ ਕੋਲ ਕੋਈ ਨਹੀਂ ਸੀ ਆਉਂਦਾ, ਨਾ ਹੀ ਉਹਨਾਂ ਨੂੰ ਰੋਟੀ ਦਿੰਦੇ ਸੀ, ਖਾਣ ਨੂੰ ਕੁਝ ਨਹੀਂ ਦਿੰਦੇ ਸੀ ਉਹਨਾਂ ਨੂੰ। ਨਾ ਤਾਂ ਅਸੀਂ ਉਹਨੂੰ ਸਮਝਾਇਆ ਕਿ ਇੱਦਾਂ ਆਵਾਜ਼ ਉੱਚੀ ਨਹੀਂ ਬੋਲਣਾ, ਸਿਰ ਦਰਦ ਹੋਊਗਾ ਬਾਅਦ ਵਿੱਚ।
ਤੇ ਫਿਰ ਉਹਨਾਂ ਨੇ ਕਦੇ ਗਲਾਸ ਸੁੱਟਣਾ ਬਾਹਰ ਵਿੱਚ ਕਿ ਮੈਨੂੰ ਕੋਈ ਆਵਾਜ਼ ਦੇਵੇ, ਕਦੇ ਉਹਨਾਂ ਨੇ ਕੈਂਚੀ ਨਹੀਂ ਸੁੱਟੀ, ਉਹਨਾਂ ਦੇ ਹਸਬੈਂਡ ਨੂੰ ਪੁੱਛਣਾ, ਕਦੇ ਕੁਛ ਸੁੱਟ ਕੇ ਤੇ ਆਖਦੀ ਸੀ ਕਿ ਮੇਰੇ ਕੋਲ ਕੋਈ ਆਵੇ, ਬਟ ਉਹਦੇ ਕੋਲ ਕੋਈ ਨਹੀਂ ਸੀ ਆਉਂਦਾ। ਬੱਚਾ ਰੋਂਦਾ ਸੀ ਲੱਗ ਕੇ ਔਰ ਉਹ ਉਹਨੂੰ ਉਠਾਉਂਦੇ ਸੀ। ਉਹ ਲੜਕੀ ਸੁਣ ਨਹੀਂ ਸਕਦੀ, ਬੱਚਾ ਰੋਂਦਾ ਸੀਗਾ ਤਾਂ ਕਿਤੇ ਨਾ ਕਿਤੇ ਫਰਜ਼ ਸੀਗਾ ਉਹਦੇ ਹਸਬੈਂਡ ਦਾ, ਉਹਦੀ ਸੱਸ ਦਾ, ਉਹਦੇ ਪਰਿਵਾਰ ਦਾ ਕਿ ਉਹ ਉਸਨੂੰ ਉਠਾਉਂਦੇ, ਉਹਨੂੰ ਦੱਸਦੇ ਕਿ ਤੁਹਾਡਾ ਬੱਚਾ ਰੋਂਦਾ ਆ। ਪਰੰਤੂ ਇੱਥੇ ਹਾਲਾਤ ਸੀਗੇ ਉਹਨਾਂ ਵੱਲੋਂ ਮਾਰਕੁੱਟ ਕੀਤੀ ਗਈ ਉਸ। ਹਾਂਜੀ, ਮਾਰਕੁੱਟ ਕੀਤੀ, ਉਹਨਾਂ ਦਾ ਕਲਚਰ ਵੀ ਸਾਨੂੰ ਮਿਲਿਆ ਹੈ। ਨਹੀਂ, ਜਿਸ ਦਿਨ ਬੱਚਾ ਰੋਂਦਾ ਸੀਗਾ ਉਸ ਦੀ ਗੱਲ ਕਰ। ਹਾਂਜੀ, ਉਸ ਦਿਨ ਵੀ ਉਹਨੂੰ ਲੱਤਾਂ ਦੇ ਨਾਲ ਕੁੱਟਿਆ ਗਿਆ। ਉਦੋਂ ਕਿੰਨੇ ਕੁ ਦਿਨ ਹੋਏ ਸੀਗੇ ਬੇਟਾ ਹੋਏ ਨੂੰ? 12 ਕੁ ਦਿਨ ਦੇ ਨਜ਼ਦੀਕ। ਤਕਰੀਬਨ 10-12 ਦਿਨ ਦੇ ਵਿੱਚ ਜਦੋਂ ਬੱਚਾ ਹੁੰਦਾ ਹੈ ਤਾਂ ਉਦੋਂ ਵੀ ਕੁੱਟਮਾਰ ਹੁੰਦੀ ਹੈ, ਉਦੋਂ ਵੀ ਪਰਿਵਾਰ ਜਾਂਦਾ ਹੈ। ਹਾਲਾਤ ਲੜਕੀ ਦੇ ਜਿਹੜੇ ਕੋਈ ਬਹੁਤੇ ਸੁਖਾਵੀਂ ਨਹੀਂ ਸੀ ਉਸ ਘਰ ਦੇ ਵਿੱਚ। ਘਰ ਦਾ ਕਲੇਸ਼, ਘਰੇਲੂ ਕਲੇਸ਼ ਸੀਗਾ। ਪਾਣੀ ਨਾ ਦੇਣਾ ਜਾਂ ਉਸਨੂੰ ਬਾਥਰੂਮ ਨਾ ਜਾਣ ਦੇਣਾ ਜਾਂ ਉਸਨੂੰ ਰੋਟੀ ਨਾ ਦੇਣਾ। ਸੋ ਇਸ ਤਰੀਕੇ ਦੇ ਨਾਲ ਬਿਹੇਵ ਜਿਹੜਾ ਵਾ ਸਹੁਰਿਆਂ ਦੇ ਵੱਲੋਂ ਉਸ ਲੜਕੀ ਨਾਲ ਕੀਤਾ ਜਾ ਰਿਹਾ ਸੀ ਕਿ ਜਿਹੜੀ ਲੜਕੀ ਇਸ ਦੀਨ ਦੁਨੀਆ ਨੂੰ ਇੱਕ ਆਮ ਬੰਦੇ ਦੀ ਤਰ੍ਹਾਂ ਨਹੀਂ ਸਮਝ ਸਕਦੀ ਸੀਗੀ, ਜਿਸ ਨੂੰ ਜਾਣਕਾਰੀ ਨਹੀਂ ਸੀ ਕਿ ਮੈਂ ਇਸ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ, ਕਿਵੇਂ ਰਹਿਣਾ ਹੈ। ਹਰ ਗੱਲ ਆਪਣੀ ਭੈਣ ਨਾਲ ਸ਼ੇਅਰ ਕਰਕੇ ਫਿਰ ਉਸਕੋ ਸਹੀ ਗਲਤ ਲੈ ਕੇ ਫਿਰ ਹੀ ਉਹ ਫੈਸਲਾ ਕਰਦੀ ਸੀ ਕਿ ਮੈਂ ਆਪਣੀ ਕੋਈ ਵੀ ਭੈਣ ਆਪਣੀ ਸਿਸਟਰ ਨੂੰ, ਜੋ ਇਹ ਆਪਣੀ ਸਿਸਟਰ ਨੂੰ ਇਹ ਕਦੀ ਨਹੀਂ ਕਹਿਣਗੇ ਕਿ ਤੂੰ ਫਾਹਾ ਲੈ ਕੇ ਮਰ ਜਾ। ਸੋ ਜੇ ਕਿਤੇ ਨਾ ਕਿਤੇ ਕੋਈ ਗੱਲ ਹੁੰਦੀ ਅਜਿਹੀ ਤਾਂ ਉਹ ਸ਼ਾਇਦ ਇਹਦੇ ਨਾਲ ਵੀ ਜ਼ਰੂਰ ਸ਼ੇਅਰ ਕਰਦੇ। ਫਿਰ ਹੁਣ ਪੁਲਿਸ ਵੱਲੋਂ FIR ਦਰਜ ਕਰ ਲਈ ਗਈ ਹੈ। ਅੱਗੇ ਕੀ ਹੁੰਦਾ ਆ, ਮੁਲਾਜ਼ਾ ਹੋ ਚੁੱਕਾ ਆ। ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਉਹ ਕੀ ਆਉਂਦੀ, ਉਹ ਖੁਲਾਸਾ ਕਰੇਗੀ ਕਿ ਅਸਲੀਅਤ ਕੀ ਸੀਗੀ। ਮੈਡਮ ਮਨੀਸ਼ਾ ਗੁਲਾਟੀ ਦੇ ਨਾਲ ਵੀ ਤੁਹਾਡੀ ਗੱਲ ਹੋ ਚੁੱਕੀ ਹੈ? ਹਾਂਜੀ, ਹੋ ਚੁੱਕੀ। ਉਹਨਾਂ ਦਾ ਕੀ ਕਹਿਣਾ? ਉਹਨਾਂ ਦਾ ਕਹਿਣਾ ਹੈ ਕਿ ਸੋਮਵਾਰ ਤੱਕ ਤੁਸੀਂ ਸਭ ਨੂੰ ਅਰੈਸਟ ਕਰਕੇ ਫਿਰ ਮੈਨੂੰ। ਅੱਛਾ ਜੀ, ਉਹਨਾਂ ਨੇ ਪੁਲਿਸ ਡਿਪਾਰਟਮੈਂਟ ਨੂੰ ਕਹਿ ਦਿੱਤਾ ਹੈ ਕਿ ਪਹਿਲਾਂ ਅਰੈਸਟ ਕਰ ਲਓ। ਮੈਨੂੰ ਇੰਨੇ ਜ਼ਿਆਦਾ ਨੌਲੇਜ ਨਹੀਂ ਹੈਗੇ, ਪਾਪਾ ਨੂੰ ਪਤਾ ਹੈ, ਮਾਮਾ ਜੀ ਦੇ ਨਾਲ ਇਹਨਾਂ ਨਾਲ ਗੱਲ ਹੋਈ ਜ਼ਿਆਦਾਤਰ। ਜਿਹੜੀਆਂ ਵੀਡੀਓਜ਼ ਨੇ, ਕੁਝ ਕਲਿੱਪਸ ਨੇ ਜਿਹੜੇ ਤੁਹਾਨੂੰ ਭੇਜੀ ਜੀ, ਕਿਸ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰਦੀ ਸੀ? ਉਹ ਵੀਡੀਓ ਕਾਲ ਤੇ ਗੱਲ ਕਰਦੀ ਸੀ, ਮੈਨੂੰ ਇਸ਼ਾਰਿਆਂ ਦੇ ਨਾਲ ਸਭ ਕੁਝ ਸਮਝਾਉਂਦੀ ਸੀ, ਇੱਦਾਂ ਹੱਥ ਦੇ ਨਾਲ ਇਸ਼ਾਰੇ ਕਰਕੇ ਸਮਝਾਉਂਦੀ ਸੀ। ਅਗਰ ਰੇਂਜ ਨਹੀਂ ਆਉਂਦੀ ਫਿਰ ਮੈਨੂੰ ਉੱਦਾਂ ਹੀ ਫੋਨ ਲਾ ਕੇ ਗੱਲ ਦੱਸ ਦਿੰਦੀ ਸੀ। ਸਿਰਫ ਇੰਨੀ ਗੱਲ ਕਰਦੀ, ਹੈਲੋ ਈਪ ਠੀਕ ਆ, ਮੰਮੀ ਡੈਡੀ ਵੀਰ ਠੀਕ, ਮੈਂ ਰਾਜਵੀਰ ਸਰਵਨ ਠੀਕ, ਬਸ ਬਾਏ, ਇੰਨਾ ਕਹਿ ਦਿੰਦੀ। ਹੋਰ ਨਾ ਤਾਂ ਉਹ ਕੋਈ ਗੱਲ ਕਰ ਸਕਦੀ। ਔਰ ਕਿਸ ਤਰ੍ਹਾਂ ਪ੍ਰੋਪਰ ਬੋਲਦੇ ਸੀ ਜਾਂ ਕਿੱਦਾਂ ਸੀਗੇ? ਨਹੀਂ ਆ, ਮੈਂ ਤੁਹਾਨੂੰ ਉਹਨਾਂ ਦੀ ਸੁਣਾਉਣੀ ਹੈਗੀ। ਇਹਨਾਂ ਨੇ ਮਹਿੰਦੀ ਲਾਉਣੀ ਸੀ ਤੇ ਰਾਤ ਮੈਨੂੰ ਕਹਿੰਦੇ ਆ, 9 ਦਾ ਟਾਈਮ ਸੀ, ਕਹਿੰਦੇ ਪਰ ਮੈਨੂੰ ਮਹਿੰਦੀ ਦੀਆਂ ਫੋਟੋਆਂ ਕੱਢ ਕੇ ਭੇਜ। ਤੇ ਫਿਰ ਮੈਂ ਉਹਨਾਂ ਆ ਕੇ ਫਿਰ ਉਸ ਤੋਂ ਬਾਅਦ ਵਾਲੀ 'ਚ ਕਹਿੰਦੇ ਆ ਕਿ ਅੱਜ ਹੀ ਭੇਜ। ਫਿਰ ਮੈਂ ਉਹਨਾਂ ਨੂੰ ਮਹਿੰਦੀ ਦੀਆਂ ਫੋਟੋਆਂ ਭੇਜੀਆਂ ਤੇ ਫਿਰ ਕਹਿੰਦੇ ਥੈਂਕ ਯੂ ਬਾਏ, ਮੈਂ ਚੱਲੇ ਹਾਂ। ਆਮ ਬੰਦੇ ਦੀ ਸਮਝ ਵਿੱਚ ਇਹ ਗੱਲਾਂ ਨਹੀਂ ਆਉਂਦੀਆਂ, ਪਰ ਭੈਣ ਇਹ ਸਾਰੀਆਂ ਗੱਲਾਂ ਸਮਝ ਸਕਦੀ ਸੀਗੀ ਕੀ ਬੋਲਦੀ ਆ। ਔਰ ਤੁਸੀਂ ਦਿਲ ਦੀਆਂ ਫਿਰ ਸਾਰੀਆਂ ਗੱਲਾਂ ਜਾਣਦੇ ਹੋਵੋਗੇ, ਕੋਈ ਦੱਸਦੀ ਹੋਊ ਤੁਹਾਨੂੰ ਜ਼ਰੂਰ? ਹਾਂਜੀ, ਦੱਸਦੇ ਸੀ। ਮੈਂ ਵੀ ਉਹਨੂੰ ਆਪਣੀ ਹਰੇਕ ਗੱਲ ਇਸ਼ਾਰਿਆਂ ਨਾਲ ਸਮਝਾ ਦਿੰਦੀ ਸੀ, ਉਹ ਵੀ ਮੈਨੂੰ ਸਮਝਾਉਂਦੀ ਸੀ। ਹਸਬੈਂਡ ਪਹਿਲਾਂ ਠੀਕ ਰਹੇ ਨੇ ਕਿ ਜਾਂ ਸ਼ੁਰੂ ਤੋਂ ਹੀ ਇਦਾਂ ਸੀਗਾ? ਸਟਾਰਟਿੰਗ 'ਚ ਵੀ ਉਹਨਾਂ ਨੂੰ ਕੁੱਟਮਾਰ ਕਰਦੇ ਰਹੇ ਆ ਤੇ ਪਰ ਬੇਬੀ ਹੋਣ ਤੋਂ ਬਾਅਦ ਜ਼ਿਆਦਾ ਹੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਸਾਰਿਆਂ ਨੇ। ਔਰ ਬੱਚੇ ਦੀਆਂ ਜਿਹੜੀਆਂ ਕੁਝ ਵੀਡੀਓਜ਼ ਜਾਂ ਕੁਝ ਹੈਗਾ ਤੁਹਾਡੇ ਕੋਲ? ਬੱਚੇ ਨੂੰ ਜਿਵੇਂ ਕਿਹਾ ਕਿ ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਤੁਹਾਡੇ ਮਦਰ ਨੇ ਵੀ ਕਿਹਾ ਹੈ, ਤੁਸੀਂ ਵੀ ਦੱਸ ਰਹੇ ਹੋ। ਹਾਂਜੀ, ਵੀਡੀਓ ਤਾਂ ਨਹੀਂ ਹੈ ਉਸ ਤਰ੍ਹਾਂ, ਵੀਡੀਓ ਵੈਸੇ ਨਹੀਂ ਮੀਨਸ ਵੀਡੀਓ ਇੱਦਾਂ ਬੇਬੀ ਨੂੰ ਆਪਣੇ ਨੂੰ ਚੁੱਕਿਆ ਹੁੰਦਾ ਇਸ ਤਰ੍ਹਾਂ ਵੀਡੀਓ ਬਣਾ ਕੇ ਉਹ ਮੈਨੂੰ ਸੈਂਡ ਕਰਦੇ ਸੀ ਕਿ ਰਾਜਵੀਰ ਮੇਰੇ ਕੋਲ ਆ। ਆਓ ਜ਼ਰਾ ਸਾਨੂੰ ਉਹ ਵੀਡੀਓਜ਼ ਜਿਹੜੀਆਂ ਹੈਗੀਆਂ ਆ ਵੇਖੋ, ਗੱਲ ਸੁਣਾਉਂਦੇ, ਉਹਨਾਂ ਨੂੰ ਸੁਣਾਉਂਦੇ। ਨਾਮ ਲੈ ਰਹੀ ਹੈ ਰਾਜਵੀਰ। ਥੋੜਾ ਬਹੁਤਾ ਸੁਣਦਾ ਸੀਗਾ? ਥੋੜਾ ਬਹੁਤਾ ਨਹੀਂ, ਸੁਣਦੇ ਨਹੀਂ ਸੀ। ਇਹ ਮੇਰੀ ਇੱਕ ਫਰੈਂਡ ਸੀਗੀ, ਉਹਨਾਂ ਦਾ ਨਾਂ ਰਾਜਵੀਰ ਸੀ। ਉਹ ਮੇਰੇ ਕੋਲ ਆਉਂਦੀ ਸੀ ਤੇ ਕਹਿੰਦੀ ਸੀ ਪਰ ਰਾਜਵੀਰ ਨਾਂ ਇੰਝ ਕਹਿੰਦੀ ਸੀ, ਪਰ ਰਾਜਵੀਰ ਨਾਂ ਬੜਾ ਸੋਹਣਾ। ਜਦੋਂ ਇਹਨਾਂ ਦਾ ਬੇਬੀ ਹੋਇਆ ਸੀ ਫਿਰ ਕਹਿੰਦੀ ਸੀ, ਸਾਰੇ ਜਣੇ ਸਲਾਹ ਕਰਦੇ ਡਿਸਕਸ ਕਰਦੇ ਪਏ ਸੀ ਕਿ ਆਪਾਂ ਕਿਹੜਾ ਨਾਮ ਰੱਖਣਾ। ਫਿਰ ਉਹਨਾਂ ਨੇ ਮੰਮਾ ਨੂੰ ਆਵਾਜ਼ ਦਿੱਤੀ, ਕਹਿੰਦੀ ਮੰਮਾ ਮੈਂ ਵੀਰ ਦਾ ਨਾਮ ਇੱਦਾਂ ਕਹਿੰਦੀ, ਨਾਮ ਰਾਜਵੀਰ ਇੱਦਾਂ ਕਿ ਫਿਰ ਸਾਰਿਆਂ ਆਪਾਂ ਕਿਹਾ ਰਾਜਵੀਰ ਰੱਖਣਾ ਉਹਦਾ ਨਾਮ।
ਬੱਚੇ ਦੇ ਨਾਲ ਬੜੀ ਪਿਆਰੀ ਵੀਡੀਓ ਜਿਹੜੀ ਆ ਬਣੀ ਹੋਈ ਹੈ। ਔਰ ਜਿਹੜੀਆਂ ਉਹਨਾਂ ਦੀਆਂ ਉਦੋਂ ਦੀਆਂ ਵੀਡੀਓਜ਼ ਨੇ ਉਹ ਜ਼ਰੂਰ ਦਿਖਾਓ ਸਾਨੂੰ ਨਾਲ, ਜਿਹੜੀਆਂ ਮਤਲਬ ਸ਼ਿਲੇ ਦੇ ਵਿੱਚ ਕੁੱਟਮਾਰ ਜੀ। ਕੀਤੀ ਸੀਗੀ। ਉਹ ਵੀ ਤਾਂ ਆਪੇ 3 ਵਜੇ ਤੜਕੇ ਉਹਨੂੰ ਉਹਦੀ ਮਾਤਾ ਕੋਲ ਬੈਠੀ ਆ ਤੇ ਆਪ 3 ਵਜੇ ਵੀਡੀਓ ਬਣਾਉਂਦੇ ਆ ਤੇ ਸਾਨੂੰ ਪਾ ਕੇ ਫੋਨ ਕਰਦੇ ਆ ਵੀ ਅਸੀਂ ਇਹ ਦੁੱਧ ਨਹੀਂ ਪਿਆ ਰਹੀ ਬੱਚੀ। ਇਹ ਵੇਖੋ ਜਦੋਂ ਕਿਸੇ ਦੇ ਘਰ ਬੱਚਾ ਹੁੰਦਾ ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਤੇ 10-12 ਦਿਨ ਦਾ ਬੱਚਾ ਹੋਵੇ ਸ਼ਿਲੇ ਦੇ ਵਿੱਚ ਅਸੀਂ ਆਪ ਹੀ ਨਹੀਂ ਉੱਠਣ ਦਿੰਦੇ ਵੀ ਕਈ ਦਾ ਕੁਛ ਨਹੀਂ ਕਰਦੇ। ਵੇਖੋ ਇੱਕ ਮਾਂ ਉਹਦੀ ਸੱਸ ਕੋਲ ਆ 2 ਮਿੰਟ ਦਾ ਕੰਮ ਹੈ ਕਿ ਕੋਸਾ ਦੁੱਧ ਕਰਨਾ, ਉਹਦੇ ਵਿੱਚ ਉਸ ਨੂੰ ਕੁੱਟਿਆ ਮਾਰਿਆ ਗਿਆ, ਤੜਕੇ ਵੀਡੀਓ ਬਣਾਈਆਂ ਗਈਆਂ ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹਦੇ ਵਿੱਚ ਨਾਲ ਵੀ ਤੂੰ ਉੱਠਦੀ ਨਹੀਂ ਹੈ, ਜਦੋਂ ਕਿ ਉਹ ਬੱਚੀ ਸੌਂ ਹੀ ਨਹੀਂ ਸਕਦੀ। ਇੱਕ ਸਿਰਫ ਸਾਨੂੰ ਦੱਸਣ ਦਾ ਮਾਰਾ, ਤੁਹਾਨੂੰ ਦੱਸਣ ਦਾ ਮਾਰਾ ਵੀ ਮੈਂ ਇਹਨੂੰ ਉਠਾ ਰਿਹਾ। ਆ ਦੇਖੋ ਇਹਦੇ ਵਿੱਚ ਸਾਰੀ ਇਹਨੂੰ ਥੋੜਾ ਮੈਂ ਚਾਹਾਂਗਾ ਬੈਕ ਕਰਕੇ ਫਿਰ ਦੇਖੋ ਕਹਿ ਰਿਹਾ ਤੂੰ ਨਹੀਂ ਉੱਠਣਾ, ਦੁੱਧ ਨਹੀਂ ਪਿਉਂਦੀ ਉੱਠ ਕੇ। ਹਾਂਜੀ ਜੀ। ਫਿਰ ਦੇਖਿਓ ਮਾਈਕ ਕਿੱਥੇ ਨਹੀਂ ਉੱਠਣਾ, ਦੁੱਧ ਨਹੀਂ ਪਿਉਂਦੀ ਮੁੰਡੇ ਨੂੰ ਉੱਠ ਕੇ। ਮਾਈਕ ਕਿੱਥੇ ਉਹਦੀ ਰਜਾਈ ਖਿੱਚਣ ਡਿਆ ਤੇ ਰਜਾਈ ਖਿੱਚ ਕੇ ਉਹਨੂੰ ਉਠਾ ਰਿਹਾ, ਮਤਲਬ ਮਾਂ ਕੋਲ ਬਹਿ ਕੇ ਕਰਵਾ ਰਹੀ ਸਾਰਾ ਕੁਝ। ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, 10-12 ਦਿਨ ਦਾ ਬੱਚਾ ਸੀਗਾ ਔਰ ਲੜਕੀ ਨੂੰ ਸੁਣਦਾ ਨਹੀਂ ਸੀ। ਔਰ ਜੇ ਸੁਣਦਾ ਨਹੀਂ ਆ ਤਾਂ ਉਸ ਨੂੰ ਇਸ਼ਾਰਿਆਂ ਨਾਲ ਸਮਝਾਇਆ ਜਾ ਸਕਦਾ ਸੀ। ਪਹਿਲਾਂ ਹਸਬੈਂਡ ਨੇ ਨਾਲ ਵਿਆਹ ਕਰਵਾਇਆ ਲੜਕੇ ਨੇ ਕਿ ਮੈਂ ਇਸ ਦੀਆਂ ਗੱਲਾਂ ਨੂੰ ਮੈਂ ਸਮਝ ਸਕਦਾ ਹਾਂ, ਮੈਂ ਇਸੇ ਨਾਲ ਹੀ ਵਿਆਹ ਕਰਾਉਣਾ। ਔਰ ਉਸ ਤੋਂ ਬਾਅਦ ਜ਼ਬਰਦਸਤੀ ਹੁੰਦੀ ਹੈ ਕੁੜੀ ਦੇ ਨਾਲ ਕਿ ਤੂੰ ਉੱਠ, ਆਪਣੇ ਬੱਚੇ ਨੂੰ ਸੰਭਾਲ, ਪਰ ਉਸ ਨੂੰ ਪਿਆਰ ਨਾਲ ਨਹੀਂ ਸਮਝਾਇਆ ਜਾਂਦਾ। ਕਿਤੇ ਨਾ ਕਿਤੇ ਅਜਿਹੀਆਂ ਗੱਲਾਂ ਜਿਹੜੀਆਂ ਘਰੇਲੂ ਕਲੇਸ਼ ਸੀਗੀਆਂ ਉਹ ਬਹੁਤ ਵੱਡਾ ਕਾਰਨ ਬਣ ਗਿਆ ਕਿ ਅੱਜ ਲੜਕੀ ਜਿਹੜੀ ਹੈ ਇੱਥੇ ਮੌਜੂਦ ਨਹੀਂ ਹੈ। ਅਸੀਂ ਫੋਟੋਆਂ ਦਿਖਾਵਾਂਗੇ ਜਿਹੜੀ 4 ਮਹੀਨੇ ਪਹਿਲਾਂ ਇੰਨਾ ਜ਼ਿਆਦਾ ਕੁੱਟਿਆ ਸੀਗਾ, ਤੁਸੀਂ ਫੋਟੋਆਂ ਦੇਖ ਸਕਦੇ ਹੋ। ਉਹਦੇ ਵਿੱਚ ਨਿਸ਼ਾਨ ਪਏ ਨੇ ਸਾਰੇ, ਇਹ ਮੂੰਹ ਤੇ ਅੱਖ ਤੇ ਨਿਸ਼ਾਨ ਨੇ, ਆ ਵੇਖੋ ਬਾਹਾਂ ਤੇ ਨਿਸ਼ਾਨ ਨੇ। ਉਹਦੇ ਗੁੱਝੀਆਂ ਸੱਟਾਂ ਸੀ ਜਿਹਦਾ ਅਸੀਂ ਮੈਡੀਕਲ ਵੀ ਕਰਾਇਆ, ਸਾਡੇ ਕੋਲ ਰਿਪੋਰਟ ਵੀ ਆ ਸਿਵਲ ਹਸਪੀਟਲ ਦੀ। ਇੰਨਾ ਜ਼ਿਆਦਾ ਕੁੱਟਿਆ ਸੀ ਕਿ ਮਤਲਬ ਉਹ 4 ਦਿਨ ਨਾ ਤੇ ਉੱਠ ਸਕੀ, ਨਾ ਕੁਛ ਖਾ ਪੀ ਸਕੀ, ਨਾ ਕੋਈ ਗੱਲ ਹੀ ਕਰ ਸਕੀ। ਇੰਨਾ ਜ਼ਿਆਦਾ ਕੁੱਟਿਆ ਸੀ। ਅਸੀਂ ਜਾ ਕੇ ਉਹਦੀ ਦਵਾਈ ਬੂਟੀ ਕਰਵਾਈ, ਅਸੀਂ ਉਹਦੇ ਟੈਸਟ ਕਰਾਏ, ਐਕਸਰੇ ਕਰਵਾਏ। ਜਦੋਂ ਉਹਨਾਂ ਨੇ ਕਿਹਾ ਵੀ ਸੱਟਾਂ ਬਹੁਤ, ਸਾਨੂੰ ਸਾਰਾ ਕੁਝ ਲਿਖ ਕੇ ਦਿੱਤਾ MLR ਦੇ ਵਿੱਚ। ਅਸੀਂ ਇਹਨਾਂ ਨੂੰ ਕਿਹਾ ਤੁਸੀਂ ਉਹਦਾ, ਡਾਕਟਰਾਂ ਨੇ ਕਿਹਾ ਜਿਹੜਾ ਅਲਟਰਾਸਾਊਂਡ ਕਰਵਾ ਰਹੇ ਹੋ। ਅਲਟਰਾਸਾਊਂਡ ਤਾਂ ਕੀ ਕਰਵਾਉਣਾ, ਇਹਨਾਂ ਉਹਦੀ ਦਵਾਈ ਤੱਕ ਵੀ ਨਹੀਂ ਲੈ ਕੇ ਦਿੱਤੀ। ਇੰਨੇ ਜ਼ਿਆਦਾ ਉਹਦੇ ਤੇ ਜ਼ਾਲਮ ਜਿਹੜਾ ਅਤਿਆਚਾਰ ਕਰਦੇ ਰਹੇ। ਲੜਕੀਆਂ ਦਾ ਕੀ ਹੈ, ਕੁੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਹੈ। ਔਰ ਜਦੋਂ ਇਹ ਪੇਕੇ ਘਰ ਤੋਂ ਸਹੁਰੇ ਘਰ ਜਾਂਦੀਆਂ ਨੇ ਤਾਂ ਪਤਾ ਨਹੀਂ ਹੁੰਦਾ ਕਿ ਅਗਲਾ ਘਰ ਕਿਹੋ ਜਿਹਾ ਟੱਕਰਨਾ ਹੈ। ਅੱਜ ਤੱਕ ਸਾਡੇ ਸਮਾਜ ਨੂੰ ਇਹ ਸਮਝ ਨਹੀਂ ਲੱਗ ਸਕੀ ਕਿ ਅਸੀਂ ਲੜਕੀਆਂ ਨੂੰ ਸਹੁਰੇ ਘਰ ਤੋਂ ਜਿਹੜੀਆਂ ਪੇਕੇ ਘਰ ਤੋਂ ਜਿਹੜੀ ਸਹੁਰੇ ਘਰ ਆਈਆਂ ਨੇ ਕਿਸ ਤਰੀਕੇ ਦੇ ਨਾਲ ਰੱਖਣਾ ਆ, ਆਪਣੀਆਂ ਬੱਚੀਆਂ ਦੀ ਤਰ੍ਹਾਂ ਹੀ ਰੱਖਣਾ ਹੈ। ਮੈਂ ਚਾਹਾਂਗਾ ਥੋੜੀ ਜਿਹੀ ਜਿਹੜੀ ਉਹਦੀ ਨਨਾਣ ਦੀ ਸੀ, ਉਹਦੇ ਵਿੱਚ ਜਿਸ ਤਰ੍ਹਾਂ ਉਹ ਲੜਾਈ ਝਗੜਾ ਕਰਦੀ ਸੀ, ਘਰ ਦੇ ਵਿੱਚ ਕਰਵਾਉਂਦੀ ਸੀ, ਇਹਨਾਂ ਨੂੰ ਫੋਨ ਕਰਕੇ ਧਮਕੀਆਂ ਦਿੰਦੀ ਸੀ, ਉਹ ਵੀ ਜਿਹੜਾ ਥੋੜੀ ਸੁਣਾਉਣੀ ਚਾਹਾਂਗੇ। ਅਸੀਂ ਜੀ ਇਹਨੂੰ ਸਮਝਾ ਲਓ, ਮੁੜ ਕੇ ਨਾ ਆਖਿਓ ਜਦੋਂ ਮੈਂ ਮੁੰਡਾ ਚੁੱਕਦੀ ਮੈਨੂੰ ਆਂਦੀ ਪਰਾਂ ਹੋ ਜਾ ਪਰਾਂ ਹੋ ਜਾ। ਪਰਸੋਂ ਵੀ ਇਹਨੇ ਮੇਰੇ ਨਾਲ ਹੱਥ ਕਰ ਛੱਡੀ ਰਾਤ ਤੇ ਮੈਂ ਤੁਹਾਨੂੰ ਦੱਸਿਆ ਨਹੀਂ ਆ। ਇੰਨਾ ਮੈਂ ਇਹਨਾਂ ਨਾਲ ਕਰਦੀ ਤੇ ਫਿਰ ਮੈਂ ਚੱਲ ਜਾਂਦੀ, ਫਿਰ ਦਫਾ ਵਿੱਚ ਜਾ ਕੇ ਗਲੋਂ ਲੱਥੇ ਜਾ ਕੇ ਬਾਂਦਰੀ ਜੀ ਨਾ ਮੇਰੇ ਕਿਸੇ ਦੀ ਮੰਨਦੀ ਸੁਣਦੀ ਨਹੀਂ। ਹੁਣ ਦੁੱਧ ਦਾ ਗਲਾਸ ਭਰਿਆ ਬੂਹੇ ਗਾੜੀ ਮਾਰਿਆ ਬਾਂਦਰੀ ਜੀ ਨੇ, ਕਿਸੇ ਦੀ ਅੱਖ ਲੱਗਦੀ ਆ। ਜੇ ਮੰਮੀ ਦਾ ਨਹੀਂ ਲਿਹਾਜ਼ ਰੱਖਦੀ, ਰਾਜੀ ਦਾ ਨਹੀਂ ਲਿਹਾਜ਼ ਰੱਖਦੀ। ਇਹੀ ਆ, ਮੈਂ ਨਹੀਂ ਐਲ ਕਰਨੀ ਆਈ ਸਾਡੇ ਘਰ ਵਿੱਚ, ਮੈਂ ਚੁੱਪ ਕੀਤੀ ਰਹਿੰਦੀ, ਇਹਦੀਆਂ ਗੱਲਾਂ ਸੁਣਦੀ ਰਹਿੰਦੀ। ਹੁਣ ਵੀ ਮੁੰਡੇ ਨੂੰ ਮੈਨੂੰ ਹੱਥ ਨਹੀਂ ਲਾਉਣ ਦਿੰਦੀ, ਪਰਾਂ ਹੋ ਜਾ। ਆਪਸ ਵਿੱਚ ਦੋਵੇਂ ਜੀ ਕਰਨ ਦੇ, ਮੇਰਾ ਕੀ ਮਤਲਬ ਵਿੱਚ ਇੰਨਾ ਇਹਨਾਂ ਨਾਲ ਕਰੀਦਾ ਤੇ ਇਹਨੂੰ ਫੋਨ ਦੀ ਅਕਲ ਹੀ ਨਹੀਂ ਹੈਗੀ ਕਿ ਦੱਸੀ ਕਿਸੇ ਨੇ ਇਹਨੂੰ ਬਾਂਦਰੀ ਜੀ ਨੂੰ। ਇਹਨੇ ਕੋਈ ਨਹੀਂ ਗੱਲ ਸੁਣਾ, ਤੁਸੀਂ ਵੱਡੇ ਜੇ ਸਰ ਨਾ ਤੂੰ ਸਮਝਾ ਕੋਈ। ਸਾਡੇ ਨਹੀਂ ਸਿਸਟਰ ਨਾਲ ਮਾਸੀ ਗੱਲ ਜੀ ਏਦਾਂ ਨਹੀਂ ਕਰਨਾ ਕਰਨੀ ਚਾਹੀਦਾ। ਪਰਸੋਂ ਰਾਤ ਇਹਨੇ ਮੈਂ ਹੱਦ ਕਰ ਛੱਡੀ, ਮੇਰੀ ਕੁੜੀ ਵੇਂਦੀ ਇਹਦੇ ਮੂੰਹ ਵੱਲ ਵੀ ਅਸੀਂ ਇੱਥੇ ਕਰਨ ਕੀ ਆਏ, ਲਿਹਾਜ਼ ਵੀ ਮੇਰੀ ਮਾਂ ਦਾ ਰੱਖਣ ਡਈ। ਉਦੋਂ ਵੀ ਇਹਨੇ ਮੈਨੂੰ ਆਂਦੀ ਨਿਕਲ ਜਾ ਮੇਰੇ ਕਮਰੇ 'ਚ, ਨਿਕਲ ਇੱਥੋਂ, ਕਰਨ ਕੀ ਆਈ ਇੱਥੇ। ਚਲੋ ਕੋਈ ਨਹੀਂ, ਅੱਜ ਵੀ ਮੈਂ ਮੁੰਡਾ ਚੁੱਕਣ ਲੱਗੀ ਤੇ ਰੋਣ ਡਿਆ ਤੇ ਮੈਨੂੰ ਆਂਦੀ ਪਾਸੇ ਹੋ ਜਾ ਮੇਰੇ ਮੁੰਡੇ ਲਾਗੂ। ਇਹਦਾ ਮੁੰਡਾ ਮੈਂ ਨਹੀਂ, ਇਹਦਾ ਬਾਂਦਰੀ ਜੀ ਦਾ ਇਹਦਾ। ਇਹ ਤਾਂ ਮਾਸੀ ਜੀ ਜਿਹੜਾ ਬੱਚਾ ਮੈਂ ਦੱਸਣਾ ਚਾਹਾਂਗਾ ਬੋਲ ਹੀ ਨਹੀਂ ਸਕਦਾ, ਜਿਸ ਤਰ੍ਹਾਂ ਕਹਿ ਰਹੀ ਹੈ ਬਾਂਦਰੀ ਜੀ ਬਾਰ-ਬਾਰ ਇੰਨਾ ਬੋਲਦੀ ਉਹ ਕਰਦੀ, ਜਿਹੜਾ ਬੰਦਾ ਬੋਲ ਹੀ ਨਹੀਂ ਸਕਦਾ, ਇਹਨੂੰ ਕਿੱਥੋਂ ਸਮਝਾਗੀ? ਜਿਹੜੀ ਸਾਨੂੰ ਅਜੇ ਤੱਕ ਸਮਝੇ ਨਹੀਂ, ਇਹਨੂੰ ਕਿੱਦਾਂ ਸਮਝਾਗੀ? ਹੁਣ ਬੱਚਾ ਕਿੱਥੇ ਆ ਤੁਹਾਡਾ, ਜਿਹੜਾ ਉਹਦਾ ਬੱਚਾ ਸੀਗਾ ਲੜਕੀ ਦਾ? ਜਿਨ੍ਹਾਂ ਨੇ
ਅਸੀਂ ਇਹੋ ਹੀ ਦੱਸਣਾ ਚਾਹਾਂਗੇ ਵੀ ਇਹ ਲੜਕੀ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਸੀ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗਲੋਂ ਲਾਉਣਾ। ਹੁਣ ਇਹਨਾਂ ਨੇ ਵੇਖੋ ਰੱਬ ਦਾ ਕਰੋਪ ਕਿਸ ਤਰ੍ਹਾਂ ਵੀ ਉਹ ਬੱਚਾ ਜਿਹੜਾ ਵਾ ਜੀ 8-9 ਮਹੀਨੇ ਦਾ, ਇਹ ਸਾਰੇ ਘਰੋਂ ਭੱਜ ਜਾਂਦੇ ਆ। ਸਾਨੂੰ ਫੋਨ ਦੇ ਵਿੱਚ ਜਦੋਂ ਫੋਨ ਭੱਜ ਜਾਂਦੇ, ਉਹ ਬੱਚਾ ਜਿਹੜਾ ਇਕੱਲੇ ਨੂੰ ਛੱਡ ਗਏ। ਹੁਣ ਸਾਨੂੰ ਪਤਾ ਲੱਗਿਆ ਕਿ ਪਿੰਡ ਦੇ ਵਿੱਚੋਂ ਕੋਈ ਉਹਨੂੰ ਰੋਂਦੇ ਨੂੰ ਵੇਖ ਕੇ ਤੇ ਲੈ ਗਿਆ। ਪਤਾ ਨਹੀਂ ਉਹ ਬਹੁਤ ਜ਼ਿਆਦਾ ਰੋ ਰਿਹਾ। ਸਾਨੂੰ ਕਿਸੇ ਨੇ ਮੈਸੇਜ ਕੀਤਾ, ਬਹੁਤ ਜ਼ਿਆਦਾ ਚੁੱਪ ਹੀ ਨਾ ਕਰ ਰਿਹਾ, ਮਾਂ ਨੂੰ ਯਾਦ ਕਰ ਰਿਹਾ, ਕਿਉਂਕਿ ਮਾਂ ਦੇ ਨਾਲ ਕੋਲ ਜ਼ਿਆਦਾ ਰਹਿੰਦਾ ਸੀ, ਚੁੱਕਦੇ ਨਹੀਂ ਸੀ ਉਹਨੂੰ। ਤੇ ਅਸੀਂ ਕੱਲ੍ਹ ਰਾਤੀ ਥਾਣੇ ਵੀ ਗਏ ਸੀ ਪਤਾ ਕਰਨ ਵਾਸਤੇ ਬੱਚਾ ਕਿਹਦੇ ਕੋਲ ਅਸੀਂ ਲੈ ਆਉਣੇ। ਮਤਲਬ ਸਾਨੂੰ ਪਤਾ ਨਹੀਂ ਅਜੇ ਤੱਕ ਲੱਗਾ ਬੱਚਾ ਕਿਹਦੇ ਕੋਲ ਹੈ। ਇਹ ਸਾਰੇ ਜਣੇ ਘਰੋਂ ਭੱਜ ਚੁੱਕੇ ਆ। ਜਿਹੜਾ ਸਾਡਾ ਪ੍ਰਾਹੁਣਾ ਸੀ, ਇਹਦਾ ਹਸਬੈਂਡ ਸੀਗਾ, ਉਹ ਤਾਂ ਜੇਲ੍ਹ ਦੇ ਵਿੱਚ, ਉਹਨੂੰ ਅਰੈਸਟ ਕਰ ਲਿਆ ਸੀ। ਬਾਕੀਆਂ ਨੇ ਉਹਨੂੰ ਬੱਚੇ ਨੂੰ ਵੀ ਨਾਲ ਨਹੀਂ ਖੜਿਆ ਕਿ ਸਾਡੀ ਅੰਦਰ ਹੈ। ਉਹਨਾਂ ਸਮਝਿਆ ਹੀ ਨਹੀਂ, ਉਹਨਾਂ ਕੋ ਪਰਾਇਆ ਲੜਕੀ ਸਮਝੀ ਤੇ ਪਰਾਇਆ ਆਪਣਾ ਜਿਹੜਾ ਬੱਚਾ ਸਮਝਿਆ, ਉੱਦਾਂ ਹੀ ਸੁੱਟ ਕੇ ਘਰ ਦੇ ਵਿੱਚੋਂ ਭੱਜ ਗਏ ਨੇ। ਬੜੀ ਪਿਆਰੀ ਬੱਚੀ ਹੈ। ਫੋਟੋ ਦੇਖ ਕੇ ਲੱਗਦਾ ਹੈ ਕਿ ਬੜੀ ਹੀ ਲਾਡਾਂ ਦੇ ਨਾਲ ਪਾਲੀ ਹੋਈ ਆ, ਪਰ ਸਹੁਰੇ ਘਰ ਜਾ ਕੇ ਇੰਨੇ ਦੁੱਖ ਦੇਖਣੇ ਸੀ ਇਸ ਲੜਕੀ ਨੇ ਔਰ ਇਸ ਤਰ੍ਹਾਂ ਰੁਖਸਤ ਹੋਣਾ ਸੀਗਾ। ਸ਼ਾਇਦ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਸ ਤਰੀਕੇ ਦੇ ਨਾਲ ਇਹ ਲੜਕੀ ਜਿਹੜੀ ਹੈ ਇਸ ਦੁਨੀਆ ਤੋਂ ਜਾਵੇਗੀ। ਜੋ ਲੜਕੀ ਬੋਲ ਨਹੀਂ ਸੀ ਸਕਦੀ, ਸੁਣ ਨਹੀਂ ਸੀ ਸਕਦੀ, ਅੱਜ ਮਾਂ ਦਾ ਦਿਲ ਜਿਹੜਾ ਆ ਉਹ ਫਿਰ ਉਸੇ ਤਰੀਕੇ ਨਾਲ ਰੋ ਰਿਹਾ ਆ ਜਦੋਂ ਆਪਣੀ ਲੜਕੀ ਦੀ ਲਾਸ਼ ਨੂੰ ਦੇਖਿਆ। ਔਰ ਉਹ ਡਰਾਵਨਾ ਸੀਨ ਜਿਹੜਾ ਸੀਗਾ ਉਹ ਦੇਖ ਕੇ ਹਰ ਕਿਸੇ ਦੀ ਰੂਹ ਕੰਬੀ, ਹਰ ਕਿਸੇ ਦਾ ਦਿਲ ਕੰਬਿਆ। ਲੜਕੀ ਉਹ ਅੱਜ ਵਾਪਸ ਨਹੀਂ ਆ ਸਕਦੀ। ਇਨਸਾਫ ਦੀ ਮੰਗ ਪਰਿਵਾਰ ਵੱਲੋਂ ਕੀਤੀ ਗਈ ਆ, ਇਨਸਾਫ ਮਿਲਦਾ ਹੈ ਜਾਂ ਨਹੀਂ, ਪਰ ਪਰਿਵਾਰ ਦਾ ਹਾਲਾਤ ਜਿਹੜੇ ਨੇ ਉਹ ਕੋਈ ਬਹੁਤੇ ਸੋਹਣੇ ਨਹੀਂ ਆ। ਪਰਿਵਾਰ ਬਹੁਤ ਜ਼ਿਆਦਾ ਗਮ ਦੇ ਵਿੱਚ ਆ। ਇੱਕ ਇਹੋ ਜਿਹੀ ਮੌਤ ਜਿਸ ਬਾਰੇ ਪਤਾ ਹੀ ਨਾ ਹੋਵੇ, ਉਹ ਲੜਕੀ ਜਿਹੜੀ ਹਰ ਗੱਲ ਆਪਣੀ ਮਾਂ ਤੋਂ, ਆਪਣੀ ਭੈਣ ਤੋਂ ਪੁੱਛ ਕੇ ਕਰਦੀ ਹੋਵੇ, ਉਹ ਇਹ ਜਿਹੜਾ ਰਸਤਾ ਸੀ ਅਖਤਿਆਰ ਨਹੀਂ ਕਰ ਸਕਦੀ। ਇਹ ਪਰਿਵਾਰ ਦਾ ਕਹਿਣਾ ਹੈ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।